ਪਹਿਲਾ ਲਾਲੇ ਗਰਭ ਛੋੜਿਆ, ਗੁਰ ਕੈ ਪੈ ਸਹਿਜ ਸੁਭਾਈ, ਲਾਲੇ ਖਸਮ ਬਛਾਣਿਆ, ਵੱਡੀ ਵਡਿਆਈ, ਲਾਲੇ ਗਰਭ ਛੋੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਜੋ ਕਥਾ ਵਿਚਾਰ ਇਸ ਪਾਵਨ ਸਥਾਨ ਦੇ ਪ੍ਰਾਰੰਭ ਹੈ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਲਾਲੇ ਗਰਭ ਛੋੜਿਆ। ਲਾਲੇ ਨਾਮ ਹੈ ਦਾਸ ਦਾ, ਜਿਹੜਾ ਮੁੱਲ ਖਰੀਦਿਆ ਹੋਵੇ ਉਹ ਸੇਵਾ ਤੋਂ ਨਾ ਨੁੱਕਰ ਨਹੀਂ ਕਰ ਸਕਦਾ ਹੈ। ਜਿਸ ਦਾਸ ਨੇ ਗੁਣਾ ਜਾਂ ਭਗਤੀ ਆਦਿਕ ਦਾ ਹੰਕਾਰ ਤਿਆਗ ਦਿੱਤਾ ਹੈ, ਗੁਰ ਕੈ ਪੈ ਸਹਿਜ ਸੁਭਾਈ, ਅਤੇ ਉਸਨੇ ਸਤਿਗੁਰਾਂ ਦੇ ਡਰ ਸੰਯੁਕਤ ਹੋ ਕੇ ਸ਼ਾਂਤੀ ਸੁਭਾਅ ਨੂੰ ਪ੍ਰਾਪਤ ਕੀਤਾ ਹੈ। ਇਸੇ ਪ੍ਰਕਾਰ ਲਾਲੇ ਗਰਭ ਛੋੜਿਆ। ਜਿਸ ਦਾਸ ਨੇ ਹੰਕਾਰ ਛੱਡਿਆ ਹੈ, ਗੁਰ ਕੈ ਪੈ ਸਹਿਜ ਸੁਭਾਈ, ਅਤੇ ਗੁਰਾਂ ਦੇ ਭੈ ਵਿੱਚ ਰਹਿੰਦਾ ਹੈ। ਉਸ ਦੇ ਹਿਰਦੇ ਵਿੱਚ ਸਹਿਜ ਸੁਤੇ ਸਿੱਧ ਗਿਆਨ ਦਾ ਸੋ ਭਾਈ ਸ੍ਰੇਸ਼ਟ ਭਾਈ ਪ੍ਰਕਾਸ਼ ਹੋ ਜਾਂਦਾ ਹੈ। ਅਤੇ ਲਾਲੇ ਖਸਮ ਪਛਾਣਿਆ। ਉਸ ਦਾਸ ਨੇ ਖਸਮ ਮਾਲਕ ਪਰਮੇਸ਼ਰ ਨੂੰ ਪਹਿਚਾਨ ਲਿਆ ਹੈ। ਵੱਡੀ ਵਡਿਆਈ। ਇਸੇ ਕਰਕੇ ਉਹ ਸੇਵਕ ਦੀ ਬੜੀ ਉਪਮਾ ਹੋ ਰਹੀ ਹੈ। ਜਾਂ ਪਰਮੇਸ਼ਰ ਦੀ ਬੜੀ ਵਡਿਆਈ ਕਰਦਾ ਹੈ, ਜਾਂ ਉਸ ਪਰਮੇਸ਼ਰ ਨੇ ਆਪਣੇ ਵਿੱਚ ਅਭੇਦਤਾ ਰੂਪ ਵੱਡੀ ਵਡਿਆਈ ਬਖਸ਼ ਦਿੱਤੀ ਹੈ। ਖਸਮ ਮਿਲਿਆ ਸੁਖ ਪਾਇਆ। ਸੇਵਕ ਦਾਸ ਜਨ ਨੇ
ਖਸਮ ਮਾਲਕ ਪਰਮੇਸ਼ਰ ਦੇ ਨਾਲ ਮਿਲਣੇ ਕਰਕੇ ਆਤਮਿਕ ਸੁਖ, ਆਤਮਿਕ ਆਨੰਦ ਜਾਂ ਬ੍ਰਹਮਾਨੰਦ ਰੂਪ ਸੁਖ ਨੂੰ ਪ੍ਰਾਪਤ ਕੀਤਾ ਹੈ। ਕੀਮਤਾ ਕਹਿਣ ਨਾ ਜਾਈ। ਜਿਸ ਆਨੰਦ ਜਾਂ ਸੁਖ ਦੀ ਕੀਮਤ ਕਿਸੇ ਪਾਸੋਂ ਵੀ ਕਹੀ ਨਹੀਂ ਜਾ ਸਕਦੀ। 11 ਪ੍ਰਕਾਰ ਦੇ ਸੁਖ ਗ੍ਰੰਥਾਂ ਵਿੱਚ ਲਿਖੇ ਹੋਏ ਨੇ, ਜੋ ਗ੍ਰੰਥਾਂ ਵਿੱਚ ਮਨੁੱਖ ਤੋਂ ਲੈ ਕੇ ਬ੍ਰਹਮਪੁਰੀ ਤੱਕ 11 ਪ੍ਰਕਾਰ ਦਾ ਇਹ ਸੁਖ ਮੰਨਿਆ ਗਿਆ ਹੈ। ਪਹਿਲੇ ਦਰਜੇ ਦਾ ਸੁਖ ਆਮ ਮਨੁੱਖ ਨਾਲੋਂ ਧਰਤੀ ਦੇ ਚੱਕਰਵਰਤੀ ਰਾਜੇ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ। ਫਿਰ ਚੱਕਰਵਰਤੀ ਰਾਜੇ ਨਾਲੋਂ ਦੂਜਾ ਦਰਜਾ ਇਹ ਹੈ ਕਿ ਮਾਤ ਲੋਕ ਦੇ ਗੰਧਰਵ ਰਾਗੀ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ। ਤੀਜਾ ਦਰਜਾ ਇਹ ਹੈ ਮਾਤ ਲੋਕ ਦੇ ਗੰਧਰਵ ਰਾਗੀ ਨਾਲੋਂ ਦੇਵ ਲੋਕ ਦੇ ਗੰਧਰਵ ਰਾਗੀ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ। ਚੌਥਾ ਦਰਜਾ ਦੇਵ ਲੋਕ ਦੇ ਗੰਧਰਵ ਨਾਲੋਂ ਪਿੱਤਰ ਲੋਕ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ। ਫਿਰ ਪਿੱਤਰ ਲੋਕ ਨਾਲੋਂ ਅਜਾਨ ਸੰਗਿਆ ਵਾਲੇ ਦੇਵਤਿਆਂ ਨੂੰ 100 ਗੁਣ ਵੱਧ ਸੁਖ ਪ੍ਰਾਪਤ ਹੁੰਦਾ। ਫਿਰ ਅਜਾਨ ਸੰਗਿਆ ਵਾਲੇ ਦੇਵਤਿਆਂ ਨਾਲੋਂ ਕਰਮਦੇਵ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ। ਕਰਮਦੇਵ ਨਾਲੋਂ ਮੁਖਦੇਵ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ। ਮੁਖਦੇਵ ਨਾਲੋਂ ਇੰਦਰ ਰਾਜੇ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ। ਇੰਦਰ ਦੇਵਤੇ ਨਾਲੋਂ ਸਾਰੇ ਦੇਵਤਿਆਂ ਦੇ ਗੁਰੂ ਬ੍ਰਹਸਪਤੀ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ। ਦੇਵਤਿਆਂ ਦੇ ਗੁਰੂ ਬ੍ਰਹਸਪਤ ਨਾਲੋਂ ਪ੍ਰਜਾਪਤ ਬ੍ਰਹਮਾ ਨੂੰ 100 ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ। ਪ੍ਰਜਾਪਤ ਬ੍ਰਹਮਾ ਨਾਲੋਂ ਬ੍ਰਹਮ ਲੋਕ ਦਾ 100 ਗੁਣਾ ਅਧਿਕ ਸੁਖ ਮੰਨਿਆ ਹੈ। ਬ੍ਰਹਮ ਲੋਕ ਦੇ ਸੁਖ ਵਿੱਚ ਲੇਸ਼ ਮਾਤਰ ਵੀ ਦੁੱਖ ਨਹੀਂ ਹੁੰਦਾ। ਜੈਸਾ ਕਿ ਇਤਨੇ ਜਾਂ ਕਰਮ ਤੈ ਸੁਖ ਪਾਵਤ ਤਰੈ ਤ੍ਰਿਯ ਸੁਰਤ ਯੂੰ ਸਮਝਾਵਤ ਵਿਚਾਰ ਸਾਗਰ। ਪਰ ਇਹਨਾਂ ਸਾਰਿਆਂ ਤੋਂ ਅਸਲ ਵਿੱਚ ਉਹ ਸੁਖੀ ਹੈ ਜੋ ਇਕਾਂਤ ਵਿੱਚ ਸਦਾ ਰਹਿੰਦਾ ਹੈ ਅਤੇ ਜਿਸ ਨੂੰ ਕਾਮ ਰੂਪ ਅਗਨੀ ਸਾੜਦੀ ਨਹੀਂ ਹੈ। ਜਿਵੇਂ ਵਿਚਾਰ ਸਾਗਰ ਦੇ ਵਿੱਚ ਬਚਨ ਨੇ, ਸੋਰਠਾ ਰਾਜਾ ਤੈਂ ਬ੍ਰਹਮਾਤ ਕਹਿਓ, ਜੋ ਸੁਖ ਸਗਰੋ ਲਹੈ ਰਹਿਤ ਸਦਾ ਏਕਾਂਤ, ਕਾਮ ਦਗਧ ਜਾਕੋ ਨਾਹੀ ਹੈ। ਇੰਜ ਬ੍ਰਹਮ ਗਿਆਨੀ ਦੇ ਇਹ ਇੱਕ ਛੇਨ ਮਾਤਰ ਸੁਖ ਦੇ ਬਰਾਬਰ ਹੈ। ਇੰਨਾ ਵੱਡਾ ਸੁਖ ਵੀ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ। ਖਸਮ ਮਿਲਿਆ, ਖਸਮ ਮਿਲਿਆ ਸੁਖ ਪਾਇਆ। ਸੋ ਸੇਵਕ ਦਾਸ ਜੀ ਨੇ ਮਾਲਕ ਪਰਮੇਸ਼ਰ ਨਾਲ ਮਿਲਣੇ ਕਰਕੇ ਆਤਮਿਕ ਆਨੰਦ ਪਾ ਲਿਆ ਹੈ, ਬ੍ਰਹਮਾਨੰਦ ਸਰੂਪ ਸੁਖ ਨੂੰ ਪਾ ਲਿਆ ਹੈ। ਕੀਮਤ ਕਹਿਣ ਨ ਜਾਈ। ਜਿਸ ਆਨੰਦ ਦੀ ਸੁਖ ਦੀ ਕੀਮਤ ਕਿਸੇ ਪਾਸੋਂ ਵੀ ਕਥਨ ਨਹੀਂ ਕੀਤੀ ਜਾ ਸਕਦੀ ਹੈ। ਲਾਲਾ ਗੋਲਾ ਖਸਮ ਕਾ। ਜਿਹੜਾ ਖਸਮ ਮਾਲਕ ਪਰਮੇਸ਼ਰ ਦਾ ਮਨ ਕਰਕੇ ਵੀ ਲਾਲਾ ਦਾਸ ਅਤੇ ਸਰੀਰ ਕਰਕੇ ਵੀ ਗੋਲਾ ਸੇਵਕ ਬਣਿਆ ਹੋਇਆ ਹੈ। ਖਸਮ ਵਡਿਆਈ। ਉਸ ਨੂੰ ਖਸਮ ਮਾਲਕ ਪਰਮੇਸ਼ਰ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਜਾਂ ਆਪਣੇ ਵਿੱਚ ਅਭੇਦਤਾ ਰੂਪ ਵਡਿਆਈ ਸ਼ੋਭਾ ਦਿੱਤੀ ਹੈ। ਜਾਂ ਸੇਵਕ ਜਨ ਸਭ ਵਡਿਆਈ ਮਾਲਕ ਦੀ ਸਮਝਦਾ ਹੈ ਅਤੇ ਗੁਰ ਪ੍ਰਸਾਦੀ ਉਬਾਰੇ। ਉਸ ਸੇਵਕ ਦਾ ਐਸਾ ਨਿਸ਼ਚਾ ਹੈ ਕਿ ਹਰ ਕੀ ਸਰਣਾਈ। ਹਰੀ ਪਰਮੇਸ਼ਰ ਦੀ ਓਟ ਵਿੱਚ ਬਹਿ ਕੇ
ਗੁਰਾਂ ਦੀ ਕਿਰਪਾ ਦੁਆਰਾ ਸਾਰੇ ਸੇਵਕ ਜਨ ਵਿਕਾਰਾਂ ਜਾਂ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਉਬਰੇ ਬਚੇ ਹਨ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਲਾਲੇ ਨੂੰ ਸਿਰ ਕਾਰ ਹੈ, ਸੇਵਕ ਜਨ ਦੇ ਸਿਰ ਉੱਪਰ ਹੁਕਮ ਜਾਂ ਭਗਤੀ ਰੂਪਕਾਰ ਹੈ। ਤੁਰ ਖਸਮ ਫਰਮਾਈ, ਇਹ ਤੁਰ ਆਦਿ ਤੋਂ ਮਾਲਕ ਪਰਮੇਸ਼ਰ ਨੇ ਆਗਿਆ ਕੀਤੀ ਹੈ ਜਾਂ ਮਹਾਰਾਜ ਫਰਮਾਨ ਕਰਦੇ ਹਨ। ਲਾਲੇ ਨੂੰ ਸਿਰ ਕਾਰ ਹੈ, ਸੇਵਕ ਜਨ ਪਰਮੇਸ਼ਰ ਦੇ ਹੁਕਮ ਨੂੰ ਸਿਰ ਉੱਪਰ ਮੰਨ ਕੇ ਭਾਉ ਭਗਤੀ ਰੂਪਕਾਰ ਕਰਦਾ ਹੈ। ਤੁਰ ਖਸਮ ਫਰਮਾਈ, ਇਹ ਤੁਰ ਆਦਿ ਤੋਂ ਮਾਲਕ ਪਰਮੇਸ਼ਰ ਨੇ ਫਰਮਾਈ ਹੈ। ਲਾਲਾ ਹੁਕਮ ਪਛਾਣਿਆ, ਜਿਹੜੇ ਲਾਲੇ ਦਾਸ ਨੇ ਪਰਮੇਸ਼ਰ ਦੇ ਹੁਕਮ ਨੂੰ ਪਹਿਚਾਨ ਲਿਆ ਹੈ, ਸਦਾ ਰਹਿ ਰਜਾਈ। ਉਹ ਸਦਾ ਹਮੇਸ਼ਾ ਪਰਮੇਸ਼ਰ ਦੀ ਆਗਿਆ ਵਿੱਚ ਰਹਿੰਦਾ ਹੈ। ਭਾਈ ਕਨ੍ਹਈਆ ਜੀ ਦਾ ਇੱਕ ਸੇਵਾਦਾਸ ਨਾਮੀ ਸੇਵਕ ਸੀ। ਸੇਵਾਦਾਸ ਤੋਂ ਅੱਗੇ ਹੋਰ ਸੇਵਕ ਜਿੱਥੋਂ ਸੇਵਾ ਪੰਥੀ ਸੰਪਰਦਾ ਚੱਲੀ ਹੈ, ਉਹਨਾਂ ਵਿੱਚ ਇੱਕ ਬੁੱਧੂ ਸ਼ਾਹ ਜੀ ਸੇਵਕ ਹੋਏ ਨੇ। ਬੁੱਧੂ ਸ਼ਾਹ ਜੋ ਨਿਤਾ ਪ੍ਰਤੀ ਹੱਥੀਂ ਟਹਿਲ ਕਰਿਆ ਕਰਦੇ, ਸੇਵਾ ਕਰਕੇ ਆਪ ਪ੍ਰਸ਼ਾਦਾ ਛਕਦੇ ਅਤੇ ਦੂਜਿਆਂ ਨੂੰ ਛਕਾਇਆ ਕਰਦੇ ਸਨ। ਉਹਨਾਂ ਨਾਲ ਹੋਰ ਰਹਿੰਦੇ ਸੇਵਕਾਂ ਵਿੱਚੋਂ ਇੱਕ ਸੇਵਕ ਨੇ ਬੁੱਧੂ ਸ਼ਾਹ ਦੀ ਪਰਖਣ ਲਈ ਡੇਰੇ ਵਿੱਚ ਆਏ ਸਾਧੂਆਂ ਨੂੰ ਕਿਹਾ ਕਿ ਇਸ ਦੀ ਪਰਖਣਾ ਕੀਤੀ ਜਾਵੇ ਕਿ ਤੁਹਾਡਾ ਬਚਨ ਮੰਨਦਾ ਕਿ ਨਹੀਂ। ਤਦੋਂ ਸੰਤ ਅੱਡਣ ਸ਼ਾਹ ਜੀ ਨੇ ਸੇਵਕ ਭਾਈ ਬੁੱਧੂ ਸ਼ਾਹ ਨੂੰ ਕਿਹਾ ਕਿ ਪਲੰਗ ਢਾਹ ਕੇ ਉੱਪਰ ਵਿਛਾਈ ਕਰ ਦੇ। ਤਦੋਂ ਬੁੱਧੂ ਸ਼ਾਹ ਜੀ ਨੇ ਝਾਟੀ ਪਲੰਗ ਢਾਹ ਕੇ ਉੱਪਰ ਵਿਛਾਈ ਕਰ ਦਿੱਤੀ ਅਤੇ ਪੁੱਛਿਆ ਕਿ ਹੁਣ ਕੀ ਹੁਕਮ ਹੈ। ਅੱਗੋਂ ਸੰਤਾਂ ਨੇ ਕਿਹਾ ਕਿ ਇਸ ਉੱਪਰ ਤੂੰ ਬਿਰਾਜਮਾਨ ਹੋ ਜਾ। ਭਾਈ ਬੁੱਧੂ ਸ਼ਾਹ ਜੀ ਝਾਟੀ ਉਸ ਉੱਪਰ ਬਿਰਾਜਮਾਨ ਹੋ ਗਏ। ਤਦੋਂ ਸਾਰੇ ਆਏ ਹੋਏ ਸਾਧੂ ਮਹਾਤਮਾ ਦੇ ਸੇਵਕ ਹੱਸਣ ਲੱਗ ਪਏ ਕਿ ਵੀ ਇਹ ਕੈਸਾ ਆਗਿਆਕਾਰੀ ਹੈ। ਤਾਂ ਅੱਡਣ ਸ਼ਾਹ ਜੀ ਨੇ ਫਿਰ ਕੁਝ ਸਮਾਂ ਬਤੀਤ ਹੋਇਆ। ਇੱਕ ਦਿਨ ਇੱਕ ਸਿਪਾਹੀ ਆਇਆ, ਜੋ ਸਾਧੂਆਂ ਨੇ ਕਿਹਾ ਕਿ ਤੂੰ ਪਰ ਬਿਰਾਜਮਾਨ ਹੋ ਗਿਆ ਜਾ। ਉਹ ਬਿਰਾਜਮਾਨ ਹੋ ਗਿਆ। ਉਹ ਮਖੌਲ ਕਰਨ ਲੱਗ ਪਏ ਕਿ ਕੈਸਾ ਆਗਿਆਕਾਰੀ ਹੈ। ਵੇਖੋ, ਇਹਨੂੰ ਇੰਨਾ ਵੀ ਨਹੀਂ ਪਤਾ ਕਿ ਇਹ ਜਿਹੜੀ ਸੇਜ ਹੈ ਸਾਧੂ ਮਹਾਤਮਾ ਲਈ ਹੈ, ਇਹ ਆਪ ਹੀ ਬਿਰਾਜਮਾਨ ਹੋ ਗਿਆ। ਤਾਂ ਅੱਡਣ ਸ਼ਾਹ ਜੀ ਨੇ ਕਿਹਾ ਕਿ ਇਹ ਐਸਾ ਹੀ ਆਗਿਆਕਾਰੀ ਹੈ, ਜਿਸ ਤਰ੍ਹਾਂ ਦੇ ਬਚਨ ਕਰੋਗੇ ਇਹ ਉਸੇ ਤਰ੍ਹਾਂ ਮੰਨੀ ਜਾਵੇਗਾ। ਫਿਰ ਕੁਝ ਸਮਾਂ ਬਤੀਤ ਹੋਇਆ। ਇੱਕ ਦਿਨ ਇੱਕ ਸਿਪਾਹੀ ਆਇਆ। ਉਹਨੇ ਆ ਕੇ ਭਾਈ ਬੁੱਧੂ ਸ਼ਾਹ ਜੀ ਨੂੰ ਕਿਹਾ ਕਿ ਮੈਨੂੰ ਪ੍ਰਸ਼ਾਦਾ ਪਕਾ ਕੇ ਛਕਾਓ। ਭਾਈ ਬੁੱਧੂ ਸ਼ਾਹ ਜੀ ਜਦੋਂ ਪ੍ਰਸ਼ਾਦਾ ਪਕਾਉਣ ਲੱਗੇ ਤਾਂ ਰੋਟੀ ਨੂੰ ਸੇਕ ਲੱਗ ਗਿਆ। ਤਦੋਂ ਸਿਪਾਹੀ ਨੇ ਭਾਈ ਬੁੱਧੂ ਸ਼ਾਹ ਦੇ ਮੂੰਹ ਉੱਪਰ ਚਪੇੜ ਮਾਰੀ ਅਤੇ ਆਖਿਆ ਕਿ ਤੈਨੂੰ ਰੋਟੀ ਪਕਾਉਣ ਦੀ ਜਾਂਚ ਨਹੀਂ ਹੈ, ਕਿਵੇਂ ਪਕਾਈ ਦੀ ਹੈ, ਜਾ ਪਰੇ ਹੋ ਜਾ। ਅੱਗੋਂ ਭਾਈ ਸਾਹਿਬ ਜੀ ਨੇ ਗੁੱਸਾ ਦਾ ਕੀ ਕਰਨਾ ਸੀ, ਸਗੋਂ ਆਪਣੇ ਮੂੰਹ ਦਾ ਦੂਜਾ ਪਾਸਾ ਵੀ ਅੱਗੇ ਕਰ ਦਿੱਤਾ। ਤਾਂ ਸਿਪਾਹੀ ਨੇ 2-3 ਚਪੇੜਾਂ ਉਹਦੇ ਹੋਰ ਮਾਰ ਦਿੱਤੀਆਂ। ਉਸੇ ਵੇਲੇ ਹੋਰ ਸੇਵਕਾਂ ਨੇ ਰੌਲਾ ਪਾ ਦਿੱਤਾ ਕਿ ਹੇ ਸਿਪਾਹੀ, ਤੂੰ ਬਹੁਤ ਗਲਤ ਕੀਤਾ ਹੈ। ਜਿਸ ਦੇ ਮੂੰਹ ਉੱਪਰ ਤੂੰ ਚਪੇੜਾਂ ਮਾਰੀਆਂ ਨੇ ਉਹ ਤਾਂ ਬਹੁਤ ਹੀ ਕਰਨੀ ਕਮਾਈ ਵਾਲਾ ਇਹ ਮਹਾਤਮਾ ਹੈ। ਸਿਪਾਹੀ ਡਰ ਕਰਕੇ ਕੰਬਣ ਲੱਗ ਪਿਆ ਕਿ ਵੀ ਇਹ ਤਾਂ ਮੇਰੇ ਕੋਲੋਂ ਬਹੁਤ ਵੱਡਾ ਪਾਪ ਹੋ ਗਿਆ। ਇਹ ਸੰਤ ਕਿਤੇ ਮੈਨੂੰ ਕੋਈ ਸ਼ਰਾਪ ਨਾ ਦੇ ਦੇਵੇ। ਸਿਪਾਹੀ ਡਰਦਾ ਹੋਇਆ ਬੁੱਧੂ ਸ਼ਾਹ ਦੇ ਪੈਰੀਂ ਡਿੱਗ ਕੇ ਮੁਆਫੀ ਮੰਗਣ ਲੱਗ ਪਿਆ।
ਅੱਗੋਂ ਭਾਈ ਬੁੱਧੂ ਸ਼ਾਹ ਜੀ ਨੇ ਕਿਹਾ ਕਿ ਤੂੰ ਡਰ ਨਾ, ਮੇਰੇ ਮਾਰੀਆਂ ਹੋਈਆਂ ਚਪੇੜਾਂ ਹੀ ਤੇਰੇ ਜੀਵਨ ਵਿੱਚ ਬਦਲਾਅ ਲਿਆਉਣਗੀਆਂ। ਇਸ ਡੇਰੇ ਦਾ ਸੇਵਾਦਾਰ ਤੈਨੂੰ ਹੀ ਬਣਾਉਣਾ ਹੈ, ਘਬਰਾ ਨਾ, ਤੂੰ ਮਨ ਲਾ ਕੇ ਸੇਵਾ ਕਰਿਆ ਕਰ। ਫਿਰ ਉਹ ਸਿਪਾਹੀ ਨੌਕਰੀ ਛੱਡ ਕੇ 12 ਸਾਲ ਗਾਗਰਾਂ ਨਾਲ ਲੰਗਰ ਦਾ ਪਾਣੀ ਢੋਂਦਾ ਰਿਹਾ ਅਤੇ ਸੇਵਾ ਸਿਮਰਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਵਾਲਾ ਬਣਿਆ। ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਨਿਯਮ ਹੈ, ਗਲਤੀ ਤਾਂ ਹਰੇਕ ਇਨਸਾਨ ਪਾਸੋਂ ਹੋ ਜਾਂਦੀ ਹੈ। ਜਦ ਕੋਈ ਵੀ ਗਲਤੀ ਕਿਸੇ ਪਾਸੋਂ ਹੋ ਜਾਏ, ਉਹਨਾਂ ਦੀ ਵੱਢ ਹੁੰਦੀ ਹੈ। ਜਾਂ ਤੈਨੂੰ ਮਹੀਨੇ ਦੀ ਸੇਵਾ ਲਈ, ਤੂੰ 2 ਮਹੀਨੇ ਸੇਵਾ ਕਰ। 7 ਬਚਨ ਬਾਬਾ ਜੀ, ਬਿੰਨੂ ਨੂੰ ਪੈਰ ਲੱਗ ਗਿਆ, ਜਾ 2 ਘੰਟੇ ਟੋਕਰੀ ਢੋ। ਤੂੰ ਗੁਰੂ ਘਰ ਦੀ ਵਸਤੂ ਨੂੰ ਪੈਰ ਛੁਹਾਇਆ, ਸਿਰ ਉੱਪਰ ਰੱਖਣ ਵਾਲਾ ਬਿੰਨੂ ਹੈ। ਤੋ ਇੰਜ ਇਨਸਾਨ ਦਾ ਭਲਾ ਗੁਰੂ ਘਰ ਦੇ ਵਿੱਚ ਕੁੱਟ ਕੇ ਜਾਂ ਮਾਰ ਕੇ ਨਹੀਂ ਕੀਤਾ ਜਾਂਦਾ, ਸੇਵਾ ਕਰਾ ਕੇ, ਨਾਲੇ ਅਗਲੇ ਦੇ ਮਨ ਨੂੰ ਵੀ ਸ਼ਾਂਤੀ, ਉਸ ਦਾ ਵੀ ਭਲਾ ਅਤੇ ਸਜ਼ਾ ਦੀ ਵੀ ਮੁਆਫੀ। ਇਸ ਲਈ ਕੁੱਟਣ ਮਾਰਨ ਦਾ ਕੋਈ ਹੱਲ ਨਹੀਂ ਹੁੰਦਾ ਹੈ। ਮੂਰਖ ਬੰਦਾ ਦੂਜੇ 'ਤੇ ਹੱਥ ਚੁੱਕਦਾ ਹੈ। ਤੋ ਇਸ ਲਈ ਭਾਈ ਬੁੱਧੂ ਸ਼ਾਹ ਨੇ ਮਾਫ ਵੀ ਕਰ ਦਿੱਤਾ ਅਤੇ ਉਹਦਾ ਜੀਵਨ ਵੀ ਪਲਟਾਤਾ। ਉਹਦਾ ਮਨ ਸੇਵਾ 'ਚ ਲੱਗ ਗਿਆ। ਉਹ ਸੇਵਾ ਸਿਮਰਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਵਾਲਾ ਬਣਿਆ ਅਤੇ ਇਸੇ ਡੇਰੇ ਦਾ ਮੁੱਖ ਸੇਵਾਦਾਰ ਬਣਿਆ। ਸੋ ਇੰਜ ਸੇਵਕ ਭਾਈ ਬੁੱਧੂ ਸ਼ਾਹ ਨੇ ਪਰਮਾਤਮਾ ਦਾ ਹੁਕਮ ਪਹਿਚਾਨਣਾ ਕੀਤਾ ਅਤੇ ਸਦਾ ਪਰਮਾਤਮਾ ਦੀ ਉਹ ਰਜ਼ਾ ਦੇ ਵਿੱਚ ਹੀ ਰਹਿੰਦੇ ਸਨ। ਮਹਾਰਾਜ ਦਾ ਬਚਨ, ਲਾਲੇ ਹੁਕਮ ਪਛਾਣਿਆ ਸਦਾ ਰਹਿ ਰਜਾਈ। ਜਿਸ ਦਾਸ ਨੇ ਪਰਮੇਸ਼ਰ ਦੇ ਹੁਕਮ ਨੂੰ ਪਹਿਚਾਨ ਲਿਆ, ਉਹ ਹਮੇਸ਼ਾ ਪਰਮੇਸ਼ਰ ਦੀ ਆਗਿਆ ਵਿੱਚ ਰਹਿੰਦਾ ਹੈ। ਆਪੇ ਮੇਰਾ ਬਖਸ਼ ਲਏ। ਜਿਸ ਸੇਵਕ ਜਨ ਨੂੰ ਮੀਰਾਂ ਪਾਤਸ਼ਾਹ ਰੂ ਪਰਮੇਸ਼ਰ ਆਪ ਕਿਰਪਾ ਕਰਕੇ ਬਖਸ਼ ਲੈਂਦਾ ਹੈ, ਵੱਡੀ ਵਡਿਆਈ ਉਸ ਦੀ ਵੱਡੀ ਵਡਿਆਈ ਹੁੰਦੀ ਹੈ। ਜਾਂ ਪਾਤਸ਼ਾਹ ਰੂ ਪਰਮੇਸ਼ਰ ਆਪਣੇ ਪਿਆਰੀਆਂ ਦੀ ਔਗੁਣਾਂ ਨੂੰ ਬਖਸ਼ ਨਾ ਕਰਦਾ। ਇਸ ਕਰਕੇ ਗੁਰਮੁਖ ਜਨ ਪਰਮੇਸ਼ਰ ਦੀ ਵੱਡੀ ਵਡਿਆਈ, ਪਰਮੇਸ਼ਰ ਨੂੰ ਵੱਡੀ ਵਡਿਆਈ ਵਾਲਾ ਜਾਣਦੇ ਹਨ। ਉਹਨਾਂ ਦੀ ਵਡਿਆਈ ਵਾਹਿਗੁਰੂ ਦੀ ਵੱਡੀ ਜਾਣਦੇ ਨੇ। ਆਪ ਸੱਚਾ ਸਭ ਸੱਚ ਹੈ। ਹੇ ਪਰਮੇਸ਼ਰ, ਗੁਰੂ ਸਾਹਿਬ ਜੀ ਦੇ ਗੁਰ ਸ਼ਬਦ ਬੁਝਾਈ। ਉਪਦੇਸ਼ ਨੇ ਸਿੱਖਿਆ ਬੁਝਾਉਣਾ ਸਮਝਾਉਣਾ ਕੀਤੀ ਹੈ ਕਿ ਆਪ ਸੱਚਾ ਹੈ ਵਾਹਿਗੁਰੂ, ਤੇਰਾ ਸਭ ਸਾਰਾ ਪ੍ਰਪੰਚ ਵੀ ਸੱਚਾ ਹੈ। ਜਾਂ ਤੂੰ ਆਪ ਸੱਚਾ ਹੈ ਅਤੇ ਜਿਸ ਦੇ ਹਿਰਦੇ ਵਿੱਚ ਤੇਰਾ ਸੱਚਾ ਨਾਮ ਵਸਿਆ, ਉਹਨੂੰ ਸਭ ਥਾਂ ਤੇਰਾ ਸੱਚਾ ਸਰੂਪ ਹੀ ਦਿਖਦਾ ਹੈ। ਤੇਰੀ ਸੇਵਾ ਸੋ ਕਰੇ। ਹੇ ਪਰਮੇਸ਼ਰ, ਤੇਰੀ ਭਗਤੀ ਰੂਪ ਸੇਵਾ ਟਹਿਲ ਉਹ ਪੁਰਖ ਕਰਦਾ ਹੈ। ਜਿਸ ਨੂੰ ਲਹੈ ਤੂੰ ਲਾਈ। ਜਿਸ ਨੂੰ ਤੂੰ ਆਪ ਆਪਣੀ ਸੇਵਾ ਦੇ ਵਿੱਚ ਲਾ ਲੈਂਦਾ ਹੈ, ਜਾਂ ਜਿਸ ਨੂੰ ਗੁਰ ਕਿਰਪਾ ਦੁਆਰਾ ਆਪਣੀ ਸ਼ਰਨ ਵਿੱਚ ਲਾ ਲੈਂਦਾ ਹੈ। ਬਿਨ ਸੇਵਾ ਕਿਨੈ ਨਾ ਪਾਇਆ। ਹੇ ਪਰਮੇਸ਼ਰ, ਤੇਰੀ ਭਗਤੀ ਰੂਪ ਸੇਵਾ ਟਹਿਲ ਕੀਤੀ ਤੋਂ ਬਿਨਾਂ ਕਿਸੇ ਨੇ ਵੀ ਤੇਰੀ ਪ੍ਰਾਪਤੀ ਨੂੰ ਨਹੀਂ ਪਾਇਆ। ਦੂਜੈ ਭਰਮ ਖੁਆਈ। ਸਭ ਸ੍ਰਿਸ਼ਟੀ ਦਵੈਤ ਭਾਵ ਜਾਂ ਦੂਜੇ ਦੇਵੀ ਦੇਵਤਿਆਂ ਦੀ ਉਪਾਸਨਾ ਅਤੇ ਭਰਮ ਨੇ ਭੁਲਾਈ ਹੋਈ ਹੈ, ਭੁਲਾ ਦਿੱਤੀ ਹੈ। ਸੋ ਕਿਉ ਮਨ ਹੋਵੇ ਸਾਰੀਐ। ਉਸ ਪਰਮੇਸ਼ਰ ਨੂੰ ਕਿਸ ਵਾਸਤੇ ਹਿਰਦੇ ਦੇ ਵਿੱਚੋਂ ਭੁਲਾਈਏ। ਨਿਤ ਦੇਵੈ ਚੜ੍ਹੈ ਸਵਾਇਆ। ਜੋ ਨਿਤਾ ਪ੍ਰਤੀ ਦਾਤ ਦਿੰਦਾ ਹੈ ਅਤੇ ਜਿਸ ਦੀ ਦਿੱਤੀ ਹੋਈ ਦਾਤ ਦੂਣੀ ਚੌਣੀ ਚੜ੍ਹਦੀ ਹੈ। ਜਾਂ ਜੋ ਨਿਤਾ ਪ੍ਰਤੀ ਜਸ ਦਿੰਦਾ ਹੈ ਅਤੇ ਜੋ ਜਸ ਦੂਣਾ ਚੌਣਾ ਚੜ੍ਹਦਾ ਵੱਧਦਾ ਰਹਿੰਦਾ ਹੈ। ਜਾਂ
ਜਿਸ ਦਾ ਸ਼ੁਭ ਸ਼ੁਭ ਵਿਚਾਰਨ ਇਤਿਆਦਿਕ ਭੂਮਿਕਾ ਰੂਪ ਪੌੜੀਆਂ 'ਤੇ ਚੜਾਇਆ ਹੋਇਆ ਜਗਿਆਸੂ ਦਾ ਮਨ ਚੜ੍ਹਦਾ ਤਰੱਕੀ ਕਰਦਾ ਹੈ। ਜੀਉ ਪਿੰਡ ਸਭ ਤੇ ਸਦਾ। ਇਹ ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ ਆਦਿਕ ਸਾਰਾ ਕੁਝ ਤਿਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਸਾਹੋ ਤਿਨ ਵਿੱਚ ਪਾਇਆ। ਅਤੇ ਉਸੇ ਪਰਮੇਸ਼ਰ ਨੇ ਸਰੀਰ ਦੇ ਵਿੱਚ ਸਵਾਸਾਂ ਨੂੰ ਪਾਇਆ ਹੈ। ਇਸੇ ਪ੍ਰਕਾਰ ਜੀਉ ਪਿੰਡ ਸਭ ਤੇ ਸਦਾ। ਜਿਸ ਨੇ ਸੂਖਮ ਸਥੂਲ ਸਰੀਰ ਆਦਿਕ ਸਭ ਕੁਛ ਉਸ ਪਰਮੇਸ਼ਰ ਦਾ ਦਿੱਤਾ ਹੋਇਆ ਸਮਝਿਆ ਹੈ। ਸਾਹੋ ਤਿਨ ਵਿੱਚ ਪਾਇਆ। ਉਸ ਦੇ ਹਿਰਦੇ ਵਿੱਚ ਪਰਮੇਸ਼ਰ ਨੇ ਆਪਣਾ ਸਿਮਰਨ ਰੂਪ ਸਵਾਸ ਪਾਉਣਾ ਕੀਤਾ ਹੈ। ਜਾਂ ਕਿਰਪਾ ਕਰੇ ਤਾਂ ਸੇਵੀਐ। ਜਦ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਤਦੋਂ ਹੀ ਉਸ ਨੂੰ ਸੇਵਨਾ ਕਰੀਦਾ ਹੈ। ਸੇਵ ਸੱਚ ਸਮਾਇਆ। ਅਤੇ ਸੇਵਨ ਕਰਨ ਦਾ ਮਨ ਉਹ ਸੱਚੇ ਪਰਮੇਸ਼ਰ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਲਾਲਾ ਸੋ ਜੀਵਤ ਮਾਰੈ। ਉਹ ਪਰਮੇਸ਼ਰ ਦਾ ਦਾਸ ਸੇਵਕ ਹੋ ਸਕਦਾ ਜੋ ਜੀਵਤ ਭਾਵ ਤੋਂ ਮਰਦਾ ਹੈ। ਮਰਨਾ ਕੀ ਹੈ? ਮਰ ਵਿੱਚੋਂ ਆਪ ਗਵਾਏ। ਜੋ ਹਿਰਦੇ ਦੇ ਵਿੱਚੋਂ ਆਪਾ ਪਾਪ ਗਵਾਉਣਾ ਹੈ ਇਹੀ ਜੀਵਤ ਭਾਵ ਵੱਲੋਂ ਮਰਨਾ ਹੈ। ਜਾਂ ਜੋ ਜੀਵਤ ਭਾਵ ਵੱਲੋਂ ਮਰਨ ਦਾ ਹਿਰਦੇ ਵਿੱਚੋਂ ਹੰਕਾਰ ਗਵਾ ਦਿੰਦਾ ਉਹ ਪਰਮੇਸ਼ਰ ਦਾ ਸੇਵਕ ਹੁੰਦਾ ਹੈ। ਬੰਧਨ ਟੂਟੈ ਮੁਕਤ ਹੋਏ। ਉਸ ਦੇ ਹਉਮੈ ਰੂਪੀ ਜੰਜਾਲ ਟੁੱਟ ਜਾਂਦੇ ਨੇ ਅਤੇ ਉਹ ਸੇਵਕ ਜਨ ਮੁਕਤ ਰੂਪ ਹੋ ਜਾਂਦਾ ਹੈ। ਤ੍ਰਿਸ਼ਨਾ ਅਗਨ ਬੁਝਾਏ। ਅਤੇ ਉਹ ਆਪਣੇ ਅੰਦਰੋਂ ਗੁਰ ਉਪਦੇਸ਼ ਦੁਆਰਾ ਤ੍ਰਿਸ਼ਨਾ ਰੂਪੀ ਅੱਗ ਨੂੰ ਵੀ ਬੁਝਾ ਦਿੰਦਾ, ਨਿਵਰਤ ਕਰ ਲੈਂਦਾ ਹੈ। ਸਭ ਮਹਿ ਨਾਮ ਨਿਧਾਨ ਹੈ। ਸਾਰਿਆਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਰੂਪ ਖਜ਼ਾਨਾ ਤਾਂ ਹੈ। ਗੁਰਮੁਖ ਕੋ ਪਾਏ। ਪਰੰਤੂ ਕੋਈ ਵਿਰਲਾ ਗੁਰਮੁਖ ਹੀ ਗੁਰਾਂ ਦੁਆਰਾ ਨਾਮ ਰੂਪ ਖਜ਼ਾਨੇ ਨੂੰ ਪਾਉਂਦਾ ਹੈ। ਲਾਲੇ ਵਿੱਚ ਗੁਣ ਕਿਛ ਨਹੀਂ। ਇਹ ਪਰਮੇਸ਼ਰ ਤੇਰੇ ਦਾਸ ਦੇ ਹਿਰਦੇ ਵਿੱਚ ਕੋਈ ਵੀ ਸਤ ਸੰਤੋਖ ਆਦਿ ਗੁਣ ਨਹੀਂ ਹੈ। ਲਾਲਾ ਅਵਗਣ ਯਾਰ। ਸਗੋਂ ਦਾਸ ਦਾ ਅਵਗੁਣਾਂ ਦੇ ਨਾਲ ਭਰਿਆ ਹੋਇਆ ਹੈ। ਤੁਧ ਜੀ ਵੜ ਦਾਤਾ ਕੋ ਨਹੀਂ। ਇਹ ਪਰਮੇਸ਼ਰ ਤੇਰੇ ਜਿੱਡਾ ਵੱਡਾ ਸੰਸਾਰ ਵਿੱਚ ਹੋਰ ਕੋਈ ਵੀ ਦਾਤਾ ਨਹੀਂ ਹੈ। ਇੱਕ ਦਾਤਾ ਸਭ ਜਗਤ ਭਿਖਾਰੀਆ ਹਰ ਜਾਚਾ ਹੈ ਸਭ ਮੰਗ ਮੰਗਣਾ। ਤੂੰ ਬਖਸ਼ਣ ਹਾਰ। ਇਸ ਲਈ ਕਿਰਪਾ ਕਰਕੇ ਤੂੰ ਆਪਣੇ ਦਾਸ ਦੇ ਅਵਗੁਣਾਂ ਨੂੰ ਬਖਸ਼ਣ ਵਾਲਾ ਹੈ। ਤੇਰਾ ਹੁਕਮ ਲਾਲਾ ਮੰਨੇ। ਤੇਰਾ ਭਾਣਾ ਦਾਸ ਮਨ ਬਾਣੀ ਸਰੀਰ ਕਰਕੇ ਮੰਨਣਾ ਕਰੇ। ਇਹ ਕਰਨੀ ਸਾਰ। ਉਸ ਲਈ ਇਹੋ ਕਰਨੀ ਸ੍ਰੇਸ਼ਟ ਹੈ। ਗੁਰ ਸਾਗਰ ਅੰਮ੍ਰਿਤ ਸਾਰ। ਗੁਰੂ ਸਾਹਿਬ ਜੀ ਸਤਸੰਗਤ ਰੂਪ ਸਮੁੰਦਰ ਵਿੱਚ ਨਾਮ ਅੰਮ੍ਰਿਤ ਦੇ ਸਰੋਵਰ ਹਨ। ਜਾਂ ਸੰਸਾਰ ਰੂਪ ਸਮੁੰਦਰ ਵਿੱਚ ਗੁਰ ਚੇਤਨ ਸਰੂਪ ਗੁਰੂ ਜਾਂ ਪਰਮੇਸ਼ਰ ਨਾਮ ਅੰਮ੍ਰਿਤ ਦਾ ਸਰੋਵਰ ਹਨ। ਜਾਂ ਗੁਰੂ ਜੀ ਅੰਮ੍ਰਿਤ ਦੇ ਸਾਗਰ ਦੇ ਸਦਰਸ਼ ਹਨ। ਜੋ ਇੱਛੇ ਸੋ ਫਲ ਪਾਏ। ਜੋ ਵੀ ਦਾਸ ਸੇਵਕ ਕਾਮਨਾ ਕਰਦਾ ਉਹ ਸਤਿਗੁਰਾਂ ਦੇ ਪਾਸੋਂ ਧਰਮ ਅਰਥ ਕਾਮ ਮੋਖ ਆਦਿਕ ਫਲ ਪਾ ਸਕਦਾ ਹੈ। ਨਾਮ ਪਦਾਰਥ ਅਮਰ ਹੈ। ਪਰਮੇਸ਼ਰ ਦਾ ਨਾਮ ਰੂਪ ਪਦਾਰਥ ਮਰਨ ਤੋਂ ਰਹਿਤ ਕਰਨ ਵਾਲਾ ਹੈ। ਇਹ ਅਮਰ ਨਾਮ ਹੁਕਮ ਦਾ ਹੈ। ਇਹ ਨਾਮ ਰੂਪ ਪਦਾਰਥ ਦੀ ਪ੍ਰਾਪਤੀ ਦਾ
ਗੁਰਾਂ ਵੱਲੋਂ ਹੁਕਮ ਹੈ। ਹਿਰਦੈ ਮਨ ਵਸਾਏ। ਇਸ ਲਈ ਗੁਰਾਂ ਦੁਆਰਾ ਮੰਨਣ ਕਰਕੇ ਇਹਨੂੰ ਹਿਰਦੈ ਚਿੱਤ ਵਿੱਚ ਵਸਾਉਣਾ ਕਰੇ। ਇਸੇ ਪ੍ਰਕਾਰ ਹਿਰਦੈ ਮਨ ਵਸਾਏ। ਗੁਰਾਂ ਤੋਂ ਸ਼ਰਵਣ ਕਰਕੇ ਮੰਨਣ ਕਰੇ ਤੇ ਫਿਰ ਹਿਰਦੇ ਵਿੱਚ ਵਸਾਉਣਾ ਕਰੇ। ਇਸੇ ਪ੍ਰਕਾਰ ਹਿਰਦੈ ਮਨ ਵਸਾਏ। ਗੁਰਾਂ ਤੋਂ ਸ਼ਰਵਣ ਕਰਕੇ ਹਿਰਦੇ ਵਿੱਚ ਮੰਨਣ ਕਰੇ ਅਤੇ ਫਿਰ ਮੰਨਣ ਕਰਕੇ ਮਨ ਵਿੱਚ ਵਸਾਉਣਾ ਕਰੇ। ਭਾਵ ਨਿਧੀ ਆਸਣ ਸੋ ਕਮਾਈ ਕਰਨ ਕਰੇ। ਗੁਰ ਸੇਵਾ ਸਦਾ ਸੁਖ ਹੈ। ਸਤਿਗੁਰਾਂ ਦੀ ਸੇਵਾ ਟਹਿਲ ਕਰਨ ਨਾਲ ਹਮੇਸ਼ਾ ਲਈ ਆਤਮਿਕ ਸੁੱਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੂੰ ਹੁਕਮ ਮਨਾਏ। ਪਰ ਗੁਰ ਟਹਿਲ ਨੂੰ ਉਹੀ ਪੁਰਖ ਹੀ ਕਰਦਾ ਹੈ ਜਿਸ ਨੂੰ ਗੁਰੂ ਸਾਹਿਬ ਜੀ ਆਪਣਾ ਹੁਕਮ ਬਣਾ ਲੈਣਾ ਕਰਨ। ਸੋਇਨਾ ਰੂਪਾ ਸਭ ਧਾਤ ਹੈ। ਜੋ ਵੀ ਸੋਨਾ ਚਾਂਦੀ ਇਤਿਆਦਿਕ ਸਭ ਧਾਤੂ ਹੈ। ਮਾਟੀ ਰਲ ਜਾਈ। ਉਹ ਮਿੱਟੀ ਦੇ ਵਿੱਚ ਮਿਲ ਜਾਣ ਵਾਲੀ ਹੈ। ਇਸੇ ਪ੍ਰਕਾਰ ਸੋਇਨਾ ਰੂਪਾ ਸਭ ਧਾਤ ਹੈ। ਸੋਨਾ ਤੇ ਚਾਂਦੀ ਸਭ ਧਾਤ ਮਾਇਆ ਰੂਪ ਹੈ ਜਾਂ ਧਾ ਜਾਣ ਵਾਲੇ ਨੇ। ਮਾਟੀ ਰਲ ਜਾਈ। ਮਿੱਟੀ ਦੇ ਵਿੱਚ ਰਲ ਮਿਲ ਜਾਂਦੇ ਹਨ ਸੋ ਮਿੱਟੀ ਰੂਪ ਹੀ ਹਨ। ਇਸੇ ਪ੍ਰਕਾਰ ਸੋਇਨਾ ਰੂਪਾ ਸਭ ਧਾਤ ਹੈ। ਸੋਨਾ ਚਾਂਦੀ ਆਦਿਕ ਇਹ ਸਭ ਧਰਤੀ ਦੀਆਂ ਧਾਤਾਂ ਹਨ। ਮਾਟੀ ਰਲ ਜਾਈ। ਅਤੇ ਅੰਤ ਨੂੰ ਮਿੱਟੀ ਵਿੱਚ ਹੀ ਮਿਲ ਜਾਣਗੀਆਂ। ਇਸੇ ਪ੍ਰਕਾਰ ਸੋਇਨਾ ਰੂਪਾ ਸਭ ਧਾਤ ਹੈ। ਸੋਨੇ ਦੀ ਤਰ੍ਹਾਂ ਅਜਾਣ ਸੰਗਿਆ ਵਾਲੇ ਦੇਵਤਿਆਂ ਦੀਆਂ ਦੇਹਾਂ ਤੇ ਚਾਂਦੀ ਦੀ ਤਰ੍ਹਾਂ ਹੋਰ ਦੇਵਤਿਆਂ ਦੀਆਂ ਦੇਹਾਂ ਆਦਿਕ ਸਭ ਧਾਤ ਮਿੱਟੀ ਹੋਈ ਹੈ। ਮਾਟੀ ਰਲ ਜਾਈ। ਭਾਵ ਪੰਜਾਂ ਸੂਖਮ ਦੇ ਸਥੂਲ ਤੱਤਾਂ ਦੀ ਰਚਨਾ ਹੀ ਹੈ। ਅੰਤ ਨੂੰ ਸਭ ਨੇ ਮੌਤ ਰੂਪੀ ਮਿੱਟੀ ਵਿੱਚ ਰਲ ਜਾਣਾ, ਭਾਵੇਂ ਕੋਈ ਦੇਵੀ ਦੇਵਤਾ ਤੇ ਭਾਵੇਂ ਕੋਈ ਮਨੁੱਖ ਹੈ। ਬਿਨ ਨਾਵੈ ਨਾਲ ਨ ਚੱਲਾਈ। ਵਾਹਿਗੁਰੂ ਨਾਮ ਤੋਂ ਬਿਨਾਂ ਕੋਈ ਵੀ ਪਰਲੋਕ ਦੇ ਵਿੱਚ ਨਾਲ ਨਹੀਂ ਚੱਲਦਾ। ਗੁਰ ਬੂਝ ਬੁਝਾਈ। ਇਹ ਸੱਚੇ ਗੁਰੂ ਨੇ ਸਾਨੂੰ ਸਿੱਖਿਆ ਸਮਝਾਈ ਹੈ। ਜਿੱਥੇ ਅਵਕਟ ਗਲੀਆਂ ਪੀੜੀਆਂ ਤਿੱਥੇ ਹਰ ਹਰ ਨਾਮ ਛਡਾਏ। ਜਿੱਥੇ ਯਮਦੂਤਾਂ ਦੀਆਂ ਬੜੀਆਂ ਔਖੀਆਂ ਭੀੜੀਆਂ ਗਲੀਆਂ ਜਿਹਦੇ ਵਿੱਚੋਂ ਦੀ ਉਹ ਲਗਾਉਂਦੇ ਨੇ, ਉੱਥੇ ਕੇਵਲ ਵਾਹਿਗੁਰੂ ਦਾ ਨਾਮ ਹੀ ਛਡਾਉਂਦਾ ਹੈ। ਨਾਨਕ ਨਾਮ ਰਤੇ ਸੇ ਨਿਰਮਲੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜੇ ਗੁਰਾਂ ਦੁਆਰਾ ਨਾਮ ਅੰਮ੍ਰਿਤ ਵਿੱਚ ਰੰਗੇ ਹੋਏ ਨੇ ਉਹ ਨਿਰਮਲੇ ਉਜਲ ਸ਼ੁੱਧ ਹਿਰਦੇ ਵਾਲੇ ਹਨ। ਸਾਚੇ ਸਾਚਾ ਰਹੇ ਸਮਾਈ। ਅਤੇ ਉਹ ਸੱਚੇ ਅਕਾਲ ਪੁਰਖ ਦੇ ਵਿੱਚ ਹਰ ਵਕਤ ਲੀਨ ਹੋਏ ਰਹਿੰਦੇ ਨੇ। ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਹੁਕਮ ਭਇਆ ਰਹਿਣਾ ਨਹੀਂ। ਜਿਸ ਵੇਲੇ ਅਕਾਲ ਪੁਰਖ ਦਾ ਹੁਕਮ ਹੋ ਗਿਆ ਉਸ ਵੇਲੇ ਕਿਸੇ ਵੀ ਸਰੀਰ ਧਾਰੀ ਨੇ ਇੱਥੇ ਨਹੀਂ ਰਹਿਣਾ ਜਿੱਥੇ ਅਸੀਂ ਬੈਠੇ ਹੋਏ ਹਾਂ, ਚੱਲਣਾ ਪੈਣਾ ਹੈ। ਜੇ ਸਾਸਨ ਹਮ ਬੈਠੇ ਕਿਤੇ ਬੈਸ ਗਿਆ, ਜਿੱਥੇ ਅਸੀਂ ਬੈਠੇ ਹਾਂ ਕਿਤਨੇ ਬੈਠਣ ਵਾਲੇ ਇੱਥੋਂ ਤੁਰ ਗਏ ਨੇ। ਜਦ ਵਾਹਿਗੁਰੂ ਜੀ ਦਾ ਹੁਕਮ ਹੋਇਆ ਤਾਂ ਸਾਨੂੰ ਵੀ ਤੁਰਨਾ ਪੈਣਾ ਹੈ। ਜਾਂ ਸੰਸਾਰ ਰੂਪੀ ਆਸਣ ਵਿੱਚ ਕਿਸੇ ਨੇ ਵੀ ਸਦਾ ਟਿਕੇ ਨਹੀਂ ਰਹਿਣਾ। ਇਹ ਜਿਹੜਾ ਮੇਲਾ ਲੱਗਾ ਹੋਇਆ ਹੈ ਇਹ ਹਮੇਸ਼ਾ ਸਾਡੇ ਵਾਸਤੇ ਨਹੀਂ ਲੱਗਾ ਰਹਿਣਾ ਹੈ।
ਦੁਨੀਆ ਦਾ ਮੇਲਾ ਤਾਂ ਲੱਗਾ ਹੀ ਰਹਿੰਦਾ, ਪਰ ਸਾਨੂੰ ਤੁਰ ਕੇ ਜਾਣਾ ਪੈਣਾ। ਵਾਹਿਗੁਰੂ ਦਾ ਹੁਕਮ ਹੋਏਗਾ, ਮੇਲਾ ਉਸੇ ਵਕਤ ਛੱਡਣਾ ਪੈਣਾ ਹੈ। ਧੁਰ ਫਾਟੇ ਚੀਰੈ, ਕਿਉਂਕਿ ਆਦਿ ਤੋਂ ਹੀ ਪ੍ਰਾਲਬਧ ਉਮਰ ਰੂਪੀ ਚਿੱਠੀ ਜਿਹਦੀ ਪਾੜ ਜਾਵੇਗੀ ਤਾਂ ਉਸ ਵਕਤ ਉਹਨੂੰ ਸਾਧ ਸੰਗਤ ਜੀਓ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਏ। ਤੋ ਜਿਨ ਕੀ ਚੀਰੀ ਦਰਗ ਹੈ ਫਾਟੀ, ਮੈਂ ਫਾਟੀ ਪਾਠ ਨਿਸ਼ਚੈ ਕੀਤਾ ਹੈ ਪੁਰਾਤਨ ਸਰੂਪਾਂ ਦੇ ਵਿੱਚੋਂ। ਉਂਝ ਜਿਹੜੇ SGPC ਵੱਲੋਂ ਪਦਛੇਦ ਪਾਵਨ ਸਰੂਪ ਪ੍ਰਕਾਸ਼ ਹੁੰਦੇ ਨੇ, ਉਹਦੇ ਵਿੱਚ ਪੱਪੇ ਨਾਲ ਪਾਟੀ ਪਾਠ ਹੈ, ਜਿਨ ਕੀ ਚੀਰੀ ਦਰਗ ਹੈ ਪਾਟੀ, ਪਰ ਅਸੀਂ ਪੁਰਾਤਨ ਸਰੂਪਾਂ ਮੁਤਾਬਕ ਫਾਟੀ ਮੰਨਦੇ ਹਾਂ। ਜਿਨ ਕੀ ਚੀਰੀ ਦਰਗ ਹੈ ਪਾਟੀ। ਅਤੇ ਸਾਧ ਸੰਗਤ ਜੀਓ ਉਹਨਾਂ ਨੂੰ ਹੁਕਮ ਮੰਨ ਕੇ ਜਾਣਾ ਪਏਗਾ, ਕਿਉਂਕਿ ਵਾਹਿਗੁਰੂ ਦਾ ਜੋ ਹੈ ਹੁਕਮ ਹੈ ਉਹ ਕਿਸੇ ਕੋਲੋਂ ਨਾ ਨੁੱਕਰ ਨਹੀਂ ਹੋ ਸਕਣਾ। ਬਾਬੇ ਫਰੀਦ ਜੀ ਨੇ ਇਹ ਬਚਨ ਬੜਾ ਸਪਸ਼ਟ ਲਿਖਿਆ ਹੈ, ਕਹਿੰਦੇ ਜਿੰਦ ਵਹੁਟੀ ਮਰਨ ਵਾਰ। ਵਹੁਟੀ ਨੂੰ ਵਿਆਹ ਤੋਂ ਬਾਅਦ ਘਰ ਵਾਲੇ ਨਾਲ ਡੋਲੀ ਵਿੱਚ ਬਹਿਣਾ ਹੀ ਪੈਣਾ ਹੈ, ਉਹਦੇ ਨਾਲ ਉਹਨੂੰ ਤੁਰਨਾ ਪੈਣਾ, ਉਹਦਾ ਮੁਕਲਾਵਾ ਪੇਕੇ ਘਰੋਂ ਚੱਲੇਗਾ, ਔਰ ਸਹੁਰੇ ਘਰ ਨੂੰ ਜਾਣਾ ਪੈਣਾ। ਸਭਨਾ ਸਾਵਰੈ ਵੰਜਨਾ ਸਭ ਮੁਕਲਾਵਣ ਹੈ। ਤੋ ਜਿਹੜਾ ਆਨੀ ਗਾਨੀ ਕਰੇਗਾ ਉਹ ਦੁਖੀ ਹੋ ਕੇ ਜਾਏਗਾ, ਜਿਹੜਾ ਸੁੱਖ ਸ਼ਾਂਤੀ ਨਾਲ ਤੁਰ ਜਾਏਗਾ ਉਹ ਜਾਣਾ ਤਾਂ ਸਾਰਿਆਂ ਨੂੰ ਪੈਣਾ, ਉਹਨੂੰ ਮਾਰ ਨਹੀਂ ਪਏਗੀ, ਕੁੱਟ ਨਹੀਂ ਪਏਗੀ। ਇਸ ਲਈ ਇਹ ਜਿਹੜੀ ਜ਼ਿੰਦਗੀ ਹੈ ਇੱਕ ਰੇਲ ਗੱਡੀ ਦੀ ਤਰ੍ਹਾਂ ਹੈ। ਇਹਦੇ 4 ਸਟੇਸ਼ਨ ਨੇ। ਧੰਨ ਸਤਿਗੁਰੂ ਨਾਮੀ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਬਾਲ ਜਵਾਨੀ ਅਰ ਬਿਰਧ ਫੋਨ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। 3 ਤਾਂ ਸਟੇਸ਼ਨ ਨੇ ਜਿਹੜੇ ਜ਼ਿੰਦਗੀ ਦੇ ਨੇ, ਚੌਥਾ ਮੌਤ ਦਾ ਹੈ। ਜਿਸ ਵਕਤ ਰੇਲ ਗੱਡੀ ਬਾਲਕ ਸਟੇਸ਼ਨ 'ਤੇ ਪਹੁੰਚਦੀ ਹੈ ਤਾਂ ਬੱਚਿਆਂ ਵਾਲੀ ਉਮਰ ਸਭਨਾਂ ਨੂੰ ਬੜੀ ਚੰਗੀ ਲੱਗਦੀ ਹੈ। ਆਪਾਂ ਸੋਚਦੇ ਹਾਂ ਵੀ ਰੇਲ ਗੱਡੀ ਇੱਥੇ ਖੜ੍ਹੀ ਰਹੇ ਤਾਂ ਚੰਗਾ, ਸਾਨੂੰ ਉਤਰਨਾ ਨਾ ਪਵੇ। ਅਤੇ ਕਿਉਂਕਿ ਬਚਪਨ ਦੀ ਅਵਸਥਾ ਵਿੱਚ ਕੋਈ ਫਿਕਰ ਨਹੀਂ ਹੁੰਦਾ, ਮਾਂ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ। ਪੜ੍ਹਾਈ ਕੀਤੀ ਨਾ ਕੀਤੀ, ਰੋਟੀ ਪਾਣੀ ਖਾਓ, ਖੇਡੋ ਮੱਲੋ। ਪਰ ਇਹ ਜਿਹੜੀ ਰੇਲ ਗੱਡੀ ਇੱਥੇ ਨਹੀਂ ਰੁਕਦੀ। ਫਿਰ ਇਹ ਜਵਾਨੀ ਦੇ ਸਟੇਸ਼ਨ 'ਤੇ ਪਹੁੰਚਦੀ ਹੈ। ਬੰਦਾ ਸੋਚਦਾ ਮੈਂ ਜਵਾਨ ਹੀ ਰਹਾਂ, ਬੜਾ ਕੁਛ ਕਰਦਾ, ਕੁਛ ਤਾਂ ਮਾਰ ਮਾਰ ਕੇ ਖਾਂਦਾ। ਕਈ ਮੇਰੇ ਵਰਗੇ ਖੁਰਕ ਪਾ ਕੇ ਬਹਿ ਜਾਂਦੇ ਨੇ ਗਰਮ ਦਵਾਈਆਂ ਖਾ ਕੇ, ਅਤੇ ਕਈ ਬਲੱਡ ਪ੍ਰੈਸ਼ਰ ਦਾ ਰੋਗ ਉਹ ਆਪਣੇ ਹੱਥੀਂ ਸੇੜ ਲੈਂਦੇ ਨੇ। ਕਈ ਧਾਤਾਂ ਮਾਰ ਮਾਰ ਕੇ ਖਾਂਦੇ, ਆਪਦੇ ਗੁਰਦੇ ਫੇਫੜੇ ਗਾਲ ਬੈਠਦੇ ਨੇ। ਸੋਚਦੇ ਅਸੀਂ ਜਵਾਨ ਰਹੀਏ, ਉਲਟੀਆਂ ਸਿੱਧੀਆਂ ਦਵਾਈਆਂ ਬਿਨਾਂ ਕਿਸੇ ਦੀ ਸਲਾਹ ਤੋਂ ਡਾਕਟਰ ਹਕੀਮ ਤੋਂ, ਅਤੇ ਉਹ ਕਿਸੇ ਨੂੰ ਦੇ ਕੇ ਉਹਦੀ ਜ਼ਿੰਦਗੀ ਬਰਬਾਦ, ਸਗੋਂ ਆਪ ਦਾ ਸਰੀਰ ਵੀ ਖਤਮ ਕਰ ਲੈਣਾ। ਆਪਦੇ ਹੱਥੀਂ ਆਪ ਦਾ ਮੂੰਹ ਕਾਲਾ ਕਰਦੇ। ਕਈ ਸਰਜਰੀ ਕਰਾਉਂਦੇ ਨੇ, ਬਿਊਟੀ ਪਾਰਲਰ ਕੋਲ ਜਾ ਕੇ ਬੜਾ ਕੁਛ ਕਰਦੇ, ਪੈਸੇ ਬਰਬਾਦ ਕਰਦੇ ਕਿ ਅਸੀਂ ਜਵਾਨ ਰਹੀਏ, ਬੜੇ ਯਤਨ ਕਰਦੇ ਨੇ। ਇਸ ਲਈ ਮੁੰਡਿਆਂ ਦੇ ਨਾਲ ਤਾਸ਼ਾਂ ਖੇਡਦੇ ਨੇ ਵੀ ਖਬਰਿਆ ਸਾਨੂੰ ਵੀ ਕੋਈ ਮੁੰਡਾ ਸਮਝ ਲੈ। ਧੀਆਂ ਪੁੱਤਾਂ ਮੁੰਡਿਆਂ ਦੇ ਨਾਲ TV ਵੇਖਦੇ ਨੇ। ਸ਼ੌਂਕ ਜਿਹੜੇ ਨੇ ਬੁੱਢਿਆਂ ਦੇ ਵੀ ਨੌਜਵਾਨਾਂ ਵਰਗੇ ਨਾਲ ਨੱਚਦੇ ਨੇ, ਗਾਉਂਦੇ ਨੇ ਵੀ ਖਬਰਿਆ ਅਸੀਂ ਜਵਾਨ ਹੀ ਹੋ ਜਾਈਏ। ਇਸ ਤਰ੍ਹਾਂ ਬੰਦਾ ਫੀਲਿੰਗ ਲੈਂਦਾ ਹੈ ਬੁਢੇਪੇ ਦੇ ਵਿੱਚ ਵੀ ਜਵਾਨੀ ਦੀਆਂ, ਸੋਚਦਾ ਕਿ ਜਿਹੜੀ ਰੇਲ ਗੱਡੀ ਇੱਥੇ ਖੜ੍ਹੀ ਰਹੇ, ਪਰ ਰੇਲ ਗੱਡੀ ਅੱਗੇ ਚੱਲਦੀ ਹੈ ਆਪਦੇ ਟਾਈਮ ਮੁਤਾਬਕ। ਫਿਰ ਬਜ਼ੁਰਗ ਅਵਸਥਾ ਆਉਂਦੀ ਹੈ, ਸੋਚਦਾ ਕਿ ਹੁਣ ਮੈਂ ਨਾ ਮਰਾਂ, ਬੁੱਢਾ ਰਹਾਂ। ਉਹਦੇ ਵਿੱਚ ਧੀਆਂ ਪੁੱਤ ਬੜਾ ਸਤਿਕਾਰ ਦਿੰਦੇ ਨੇ,
ਸਾਰੀ ਜ਼ਿੰਮੇਵਾਰੀ ਨਿਭੀ ਹੁੰਦੀ ਹੈ, ਕੰਮ ਕੋਈ ਹੈ ਨਹੀਂ, ਪੈਨਸ਼ਨਾਂ ਲੱਗੀਆਂ ਹੋਈਆਂ ਨੇ, ਵਿਹਲੇ ਚਾਹ ਪੀ ਛੱਡੀ, ਤਾਸ਼ਾਂ ਖੇਡ ਛੱਡੀਆਂ, ਮੌਜਾਂ ਮਾਣੋ। ਸੋਚਦਾ ਕਿ ਇੱਥੇ ਗੱਡੀ ਖੜੀ ਰਹੇ ਤਾਂ ਚੰਗਾ, ਮੈਨੂੰ ਉਤਰਨਾ ਨਾ ਪਏ। ਪਰ ਸਾਧ ਸੰਗਤ ਜੀ, ਉਹ ਜਿਹੜੀ ਗੱਡੀ ਆ ਉੱਥੋਂ ਵੀ ਤੁਰ ਪੈਂਦੀ ਹੈ। ਅਗਲਾ ਸਟੇਸ਼ਨ ਹੈ ਮੌਤ ਦਾ, ਚੌਥਾ ਸਟੇਸ਼ਨ। ਉੱਥੇ ਗੱਡੀ ਦਾ ਬਿਲਕੁਲ ਹੀ ਵੱਡਾ ਸਟੇਸ਼ਨ ਉਹਦੇ ਅੱਡਾ ਹੀ ਆ ਗਿਆ। ਉੱਥੇ ਉਹਨੇ ਬੰਦ ਹੋ ਜਾਣਾ ਹੈ, ਖਤਮ ਹੋ ਜਾਣਾ ਹੈ। ਜੇ ਫਿਰ ਵੀ ਨਾ ਉਤਰੇ ਵੀ ਏਸੀ ਕਮਰਾ, ਸੋਹਣਾ ਬੜਾ ਚਾਹ ਪਾਣੀ, ਸੋਹਣਾ ਪੜਦੇ ਲੱਗੇ ਹੋਏ, ਅਤੇ ਵਧੀਆ ਕੰਮ ਕਾਰ ਕੋਈ ਹੈ ਨਹੀਂ। ਹੁਣ ਆਪਾਂ ਇੱਥੇ ਬੈਠੇ ਰਹੀਏ ਤਾਂ ਵਧੀਆ, ਪਰ ਨਹੀਂ, ਜੇ ਤਾਂ ਆਪ ਉਤਰ ਜਾਏਗਾ, ਅੱਗੇ ਇਲਾਕੇ ਦੌੜ ਪਏਗਾ, ਫਿਰ ਤਾਂ ਕੁੱਟ ਤੋਂ ਬਚ ਜਾਏਗਾ। ਨਹੀਂ ਤਾਂ ਯਮਦੂਤਾਂ ਨੇ ਖਿੱਚ ਕੇ, ਉਹ ਜਿਸ ਤਰ੍ਹਾਂ ਸਿਪਾਹੀ ਫੜ ਕੇ ਉਤਾਰ ਦਿੰਦੇ ਨੇ ਵੀ ਲੈ ਟਿਕਟ ਦਿਖਾ, ਕਿੱਥੇ ਜਾਣਾ ਤੂੰ, ਸਟੇਸ਼ਨ ਦਾ ਤੀਰਾ ਆ ਗਿਆ, ਥੱਲੇ ਉਤਰ ਦਾਂਗੇ, ਦੂਜੀ ਤਰ੍ਹਾਂ ਤਾਰੀ ਹੈ, ਟਿਕਟ ਤੇਰੀ ਮੁੱਕ ਗਈ ਹੈ। ਤੋ ਸਵਾਸਾਂ ਰੁਪਏ ਟਿਕਟ ਜਿਹਦੀ ਸਮਾਪਤ ਹੋ ਗਈ, ਪ੍ਰਾਰਬਧ ਖਤਮ ਹੋ ਗਈ। ਮੌਤ ਦੇ ਸਟੇਸ਼ਨ ਦੇ ਜਾ ਜਮ ਪਕੜ ਚਲਾਇਆ, ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰਦਨ ਹੁਆ ਦੁਆਲਾ, ਖਿੰਨ ਮੈਂ ਭਇਆ ਪਰਾਇਆ। ਇਹ ਖਿੰਨ ਦੇ ਵਿੱਚ ਹੀ ਸਭ ਕੁਝ ਪਰਾਇਆ ਹੋ ਗਿਆ। ਬੁੱਧ ਵਿਸਰਜੀ ਗਈ ਸਿਆਣਪ, ਜਿਹੜੀ ਬੁੱਧੀ ਸੀ ਉਹ ਵਿਸਰਜਨ ਹੋ ਗਈ, ਮੱਤ ਮਾਰੀ ਗਈ, ਸਭ ਸਿਆਣਪਾਂ ਮਿੱਟੀ ਵਿੱਚ ਮਿਲ ਗਈਆਂ। ਇਉਂ ਯਮਦੂਤਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਿਆ। ਪਾਤਸ਼ਾਹ ਜੀ ਫਰਮਾਉਂਦੇ ਨੇ, ਮੈਂ ਬੇਨਤੀ ਕਰ ਰਿਹਾ ਸੀ, ਜਿਨ ਕੀ ਚੀਰੀ ਦਰਗਹਿ ਫਾਟੀ, ਤਿੰਨਾ ਮਰਨਾ ਭਾਈ। ਇਹ ਮੇਰੇ ਭਰਾਵੋ, ਇਹ ਜਿਹੜੀ ਚਿੱਠੀ ਹੈ ਪ੍ਰਾਰਬਧ ਰੂਪੀ, ਉਮਰ ਰੂਪੀ, ਸਵਾਸਾਂ ਰੂਪੀ ਰੱਬ ਨੇ ਸਾਨੂੰ ਮੱਥੇ 'ਤੇ ਲਿਖ ਕੇ ਦਿੱਤੀ ਹੋਈ ਹੈ। ਜਿਨ੍ਹਾਂ ਦੀ ਫਟ ਗਈ, ਪਾੜ ਗਈ, ਉਹਨਾਂ ਨੂੰ ਅਵਸ਼ ਮਰਨਾ ਪਵੇਗਾ। ਇਸ ਲਈ ਮਹਾਰਾਜ ਫਰਮਾਉਂਦੇ ਨੇ, ਹੁਕਮ ਪਿਆ ਰਹਿਣਾ ਨਹੀਂ। ਜਿਸ ਵੇਲੇ ਅਕਾਲ ਪੁਰਖ ਦਾ ਹੁਕਮ ਹੋ ਗਿਆ, ਉਸ ਵੇਲੇ ਕਿਸੇ ਵੀ ਸਰੀਰਧਾਰੀ ਨੇ ਇੱਥੇ ਨਹੀਂ ਰਹਿਣਾ। ਸਰੀਰ ਰੂਪ ਗੱਡੀ ਦੇ ਵਿੱਚ ਸਵਾਸਾਂ ਰੂਪੀ ਟਿਕਟ ਖਤਮ ਹੋਣ ਤੋਂ ਇਹ ਜਿਹੜੇ ਸਰਕਾਰੀ TT ਹੁੰਦੇ ਨੇ, ਉਹਨਾਂ ਪੁਲਿਸ ਵਾਲੇ ਬੁਲਾ ਕੇ, ਯਮਦੂਤ ਬੁਲਾ ਕੇ, ਅਤੇ ਸੰਸਾਰ ਦੇ ਵਿੱਚੋਂ ਮੁੱਧੜੇ ਮੂੰਹ ਥੱਲੇ ਸੁੱਟ ਕੇ ਡੰਡੇ ਦੇ ਨਾਲ ਅੱਗੇ ਲਾ ਕੇ ਲੈ ਜਾਣਾ ਹੈ। ਕਿਉਂਕਿ ਧੁਰ ਤੋਂ ਹੀ ਪ੍ਰਾਰਬਧ ਦੀ ਉਮਰ ਲਿਖੀ ਹੋਈ। ਇਹ ਜਿਹੜੀ ਚਿੱਠੀ ਸੀਗੀ ਇਹ ਪਾੜ ਗਈ ਹੈ। ਧੁਰ ਫਾਟੇ ਚੀਰਾ, ਚੀਰਾ, ਇਹ ਜਿਹੜਾ ਚਿੱਠੀ ਲਿਖੀ ਹੋਈ ਹੈ ਕਾਗਜ਼ ਦੇ ਉੱਪਰ, ਮੱਥੇ ਦੇ ਉੱਪਰ, ਮਸਤਕ ਲਿਖੇ ਸਿਰਲੇਖ, ਬਿਨ ਕਲਮ ਮਸਵਾਣੀ ਹੈ। ਬਿਨਾਂ ਕਲਮ ਦੇ ਦਵਾ ਤੋਂ ਉਹ ਜਿਹੜੀ ਚਿੱਠੀ ਸੀ ਉਹ ਪਾੜ ਜਾਵੇਗੀ। ਇਹੋ ਮਨ ਅਵਗੁਣ ਬਾਧਿਆ, ਜਿਨ੍ਹਾਂ ਦਾ ਇਹ ਮਨ, ਜਿਨ੍ਹਾਂ ਦਾ ਇਹ ਚਿੱਤ ਔਗਣਾ ਰੂਪ ਰਸੀਆਂ ਦੇ ਨਾਲ ਬੱਝਿਆ ਹੋਇਆ ਪਰਲੋਕ ਨੂੰ ਜਾਂਦਾ ਹੈ। ਬਹੁ ਦੇਹ ਸਰੀਰਾ, ਸਹੁ ਦੇਹ ਸਰੀਰਾ। ਤਦੋਂ ਯਮਦੂਤ ਕਹਿੰਦੇ ਨੇ ਕਿ ਆਪਣੇ ਸਤੂਲ ਸਰੀਰ ਨਾਲ ਕੀਤੇ ਮੰਦ ਕਰਮਾਂ ਦਾ ਫਲ ਹੁਣ ਸੂਖਮ ਦੇ ਸਰੀਰ ਉੱਤੇ ਸਹੋ ਸਹਾਰ ਨਾ ਕਰ। ਇਸੇ ਪ੍ਰਕਾਰ ਇਹੋ ਮਨ ਅਵਗੁਣ ਬਾਧਿਆ, ਇਹ ਜਿਹੜਾ ਮਨ ਹੈ ਔਗਣਾ ਰੂਪ ਰਸੀਆਂ ਨਾਲ ਬੱਝਿਆ ਹੋਇਆ ਪਰਲੋਕ ਨੂੰ ਜਾਂਦਾ ਹੈ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਉ ਦੀ, ਹੁਣ ਸੁਣੀਏ ਗਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਸਹੁ ਦੇਹ ਸਰੀਰਾ, ਉਹਨਾਂ ਦੇ ਸੂਖਮ ਸਰੀਰ ਨੂੰ ਯਮਦੂਤ ਪਰਲੋਕ ਵਿੱਚ ਕਸ਼ਟ ਦਿੰਦੇ ਹੋਏ ਕਹਿੰਦੇ ਨੇ ਕਿ ਹੁਣ ਤੋਂ ਕਸ਼ਟਾਂ ਨੂੰ ਸਹਾਰਨ ਕਰ। ਪੂਰਾ ਗੁਰ ਬਖਸ਼ਾਈਆ, ਜਿਨ੍ਹਾਂ ਨੇ ਪੂਰਨ ਸਤਿਗੁਰਾਂ ਦੀ ਉਪਦੇਸ਼ ਦੁਆਰਾ ਆਪਣੀ ਔਗਣ ਮੁਆਫ ਕਰਵਾ ਲਏ ਨੇ। ਗਲਤੀ ਦੀ ਮਾਫੀ ਮੰਗਣ ਵਿੱਚ ਕੋਈ ਹਰਜ ਨਹੀਂ ਹੈ, ਸਗੋਂ ਵਡਿਆਈ ਮਿਲਦੀ ਹੈ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਆਪਦੀਆਂ
ਬੱਜਰ ਗਲਤੀਆਂ ਮੁਆਫ ਕਰਵਾ ਲਈਆਂ ਨੇ ਤਨਖਾਹ ਲਵਾ ਕੇ। ਸਭ ਗੁਣ ਹੈ ਫਕੀਰਾ, ਉਹ ਸਾਰੀਆਂ ਗੁਨਾਹਾਂ ਪਾਪਾਂ ਤੋਂ ਫਕੀਰੇ ਫਾਰਗ ਹੋ ਗਏ ਹਨ। ਇਸੇ ਪ੍ਰਕਾਰ ਪੂਰਾ ਗੁਰ ਬਖਸ਼ਾਈਆ ਹੈ। ਇਹ ਭਾਈ ਪੂਰਨ ਗੁਰਾਂ ਤੋਂ ਤੁਹਾਨੂੰ ਵੀ ਚਾਹੀਦਾ ਹੈ। ਗਲਤੀ ਹਰੇਕ ਇਨਸਾਨ ਕਰਦਾ, ਇੱਕ ਭਗਵਾਨ ਨਹੀਂ ਕਰਦਾ। ਜੇ ਤਾਂ ਆਪਾਂ ਭਗਵਾਨ ਫਿਰ ਤਾਂ ਆਪਾਂ ਦਮ ਗਜਾ ਮਾਰੀਏ ਕਿ ਆਪਾਂ ਗਲਤੀ ਨਹੀਂ ਕਰਦੇ ਜਾਂ ਨਹੀਂ ਕੀਤੀ, ਸਾਥੋਂ ਨਹੀਂ ਹੋ ਸਕਦੀ। ਜੇ ਆਪਾਂ ਇਨਸਾਨ ਆ ਅਤੇ ਆਪਾਂ ਗਲਤੀਆਂ ਦੇ ਪੁਤਲੇ ਆ। ਜੋ ਵੀ ਕੁਛ ਹੋਇਆ ਆਪਣੇ ਔਗਣਾਂ ਨੂੰ ਪੰਜਾਂ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਬਖਸ਼ਾਉਣਾ ਖਰੀਏ। ਸਭ ਗੁਣ ਹੈ ਫਕੀਰਾ, ਕਿਉਂਕਿ ਆਪਾਂ ਤਾਂ ਸਾਰੇ ਗੁਨਾਹਾਂ ਕਰਕੇ ਫਕੀਰ ਕੰਗਾਲ ਹੋਏ ਫਿਰਦੇ ਹਾਂ। ਪੂਰੀਆਂ ਗੁਰਾਂ ਤੋਂ ਗੁਨਾਹ ਬਖਸ਼ਾ ਕੇ ਸਾਰੇ ਪਾਪਾਂ ਤੋਂ ਫਾਰਗ ਹੋ ਜਾਈਦਾ ਹੈ। ਇੱਥੇ ਹੀ ਲੇਖਾ ਖਤਮ ਕਰਕੇ ਜਾਈਏ, ਨਹੀਂ ਤੇ ਅੱਗੇ ਜਮਕਾ ਲੇਖਾ ਲੇਵੈ ਜਿਉਂ ਤੇ ਲੁਕਾਣੀ ਪੀੜਾਈਂਦਾ। ਕਿਉ ਰਹੀ ਆਏ ਉਠ ਚੱਲਣਾ। ਇਹ ਭਾਈ ਇੱਥੇ ਦੁਨੀਆ ਦੇ ਵਿੱਚ ਜਿੰਨਾ ਚਿਰ ਦਾਣਾ ਪਾਣੀ ਹੈ ਉਹਨਾਂ ਚਿਰ ਤਾਂ ਆਪਾਂ ਰਹਿ ਸਕਦੇ ਹਾਂ। ਜਦੋਂ ਦਾਣਾ ਪਾਣੀ ਮੁੱਕ ਗਿਆ ਫਿਰ ਕਿਵੇਂ ਰਹਿਣਾ ਕਰੀਏ। ਭਾਵ ਸੰਸਾਰ 'ਚ ਕੋਈ ਵੀ ਸਰੀਰ ਕਰਕੇ ਨਹੀਂ ਰਹਿ ਸਕਦਾ। ਸਭ ਦੇ ਆਂਦੀਆਂ ਹਨ ਉੱਠ ਕੇ ਕੂਚ ਕਰਕੇ ਪਰਲੋਕ ਵੱਲ ਨੂੰ ਚੱਲਣਾ ਪਵੇਗਾ। ਬੁੱਝ ਸ਼ਬਦਾਂ ਵਿਚਾਰਾ, ਇਸ ਵਿਚਾਰ ਨੂੰ ਗੁਰੂ ਉਪਦੇਸ਼ ਦੁਆਰਾ ਬੁੱਝਣਾ ਕਰ, ਸਮਝਣਾ ਕਰ। ਜਿਸ ਤੂੰ ਮਿਲਾ ਹੈ ਸੋ ਮਿਲਾ। ਇਹ ਪਰਮੇਸ਼ਰ ਜਿਸ ਨੂੰ ਤੂੰ ਆਪਣੇ ਸਰੂਪ ਨਾਲ ਮਿਲਣਾ ਚਾਹੁੰਦਾ ਹੈ ਉਹ ਗੁਰਾਂ ਦੁਆਰਾ ਤੇਰੇ ਸਰੂਪ ਨਾਲ ਮਿਲਦਾ ਹੈ। ਤੁਰ ਹੁਕਮ ਅਪਾਰਾ, ਇਹ ਤੁਰ ਆਦਿ ਤੋਂ ਤੇਰਾ ਪਾਰਾਵਾਰ ਤੋਂ ਰਹਿਤ ਹੁਕਮ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਜੋ ਤੂੰ ਰਾਖਾ ਤਿਉ ਰਹਾ। ਹੇ ਪਰਮੇਸ਼ਰ ਜਿਵੇਂ ਤੂੰ ਸਾਨੂੰ ਰੱਖਦਾ ਹੈ ਤਿਵੇਂ ਹੀ ਸਾਡਾ ਰਹਿਣਾ ਹੁੰਦਾ ਹੈ। ਜੋ ਦੇਹ ਸੋ ਖਾਓ, ਹਰ ਜੋ ਤੂੰ ਸਾਨੂੰ ਬਖਸ਼ਿਸ਼ਾਂ ਕਰਕੇ ਦਿੰਦਾ ਉਹ ਪਦਾਰਥ ਅਸੀਂ ਖਾਣਾ ਕਰਦੇ ਹਾਂ। ਜਾਂ ਜੋ ਤੂੰ ਸੇਵਾ ਭਗਤੀ ਕਰਨ ਦੀ ਬਖਸ਼ਿਸ਼ ਦੇਣਾ ਕਰਦਾ ਉਹੀ ਅਸੀਂ ਖਾਣਾ ਧਾਰਨਾ ਕਰਦੇ ਹਾਂ। ਜੋ ਤੂੰ ਚਲਾਵਹ ਤਿਉ ਚੱਲਾ। ਇਹ ਪਰਮੇਸ਼ਰ ਜਿਵੇਂ ਤੂੰ ਸਾਨੂੰ ਆਪਣੀ ਰਜ਼ਾ ਵਿੱਚ ਚਲਾਉਣਾ ਕਰਦਾ ਤਿਵੇਂ ਸਾਡਾ ਚੱਲਣਾ ਹੁੰਦਾ ਹੈ। ਮੁਖ ਅੰਮ੍ਰਿਤ ਨਾਉ, ਅਤੇ ਇਸ ਲਈ ਕਿਰਪਾ ਕਰਕੇ ਸਾਡੇ ਪ੍ਰਤੱਖ ਮੁਖ ਵਿੱਚ ਜਾਂ ਅੰਦਰ ਕੰਨੂਪੀ ਮੁਖ ਵਿੱਚ ਆਪਣੇ ਨਾਮ ਅੰਮ੍ਰਿਤ ਦੀ ਦਾਤ ਬਖਸ਼ੋ ਜੀ। ਜਾਂ ਹਰ ਵਕਤ ਸਾਡੇ ਮੁਖ ਵਿੱਚ ਵੀ ਤੇ ਹਿਰਦੇ ਵਿੱਚ ਤੇਰਾ ਨਾਮ ਅੰਮ੍ਰਿਤ ਵਸਿਆ ਰਹੇ। ਮੇਰੇ ਠਾਕੁਰ ਹੱਥ ਵਡਿਆਈਆਂ। ਇਹ ਮੇਰੇ ਮਾਲਕ ਪਰਮੇਸ਼ਰ ਤੇਰੇ ਹੱਥ ਵਿੱਚ ਹੀ ਸਾਰੀਆਂ ਵਡਿਆਈਆਂ ਕੀਰਤੀਆਂ ਹਨ। ਮਿਲੈ ਮਨ ਚਾਉ, ਜਿਨ੍ਹਾਂ ਦੇ ਮਨ ਹਿਰਦੇ ਵਿੱਚ ਤੇਰੀ ਪ੍ਰਾਪਤੀ ਦਾ ਚਾਉ ਉਤਸ਼ਾਹ ਹੈ ਉਹਨਾਂ ਨੂੰ ਤੂੰ ਆਪਣੇ ਨਾਲ ਮੇਲ ਲੈਂਦਾ ਹੈ। ਕੀਤਾ ਕਿਆ ਸਲਾਹੀਐ। ਸੱਸੇ ਕੰਨਾ ਵੀ ਹੈ, ਸਾਹ ਲਾਹੀ ਹੈ। ਪੈਦਾ ਕੀਤਾ ਹੋਇਆ ਜੋ ਜੀਵ ਹੈ ਇਸ ਨੂੰ ਕੀ ਸਲਾਹੁਣਾ ਹੈ। ਘਰ ਦੇਖੈ ਸੋਈ, ਜੋ ਪਰਮੇਸ਼ਰ ਸੰਸਾਰ ਨੂੰ ਰਚ ਕੇ ਪਾਲਣ ਪੋਸ਼ਣ ਰੂਪ ਵੇਖਣਾ ਕਰਦਾ ਉਹਨੂੰ ਹੀ ਸਲਾਹੁਣਾ ਕਰੋ। ਬੰਦੇ ਨੂੰ ਸਲਾਹੁਣ ਤੋਂ ਉਹਨੂੰ ਹੰਕਾਰ ਆ ਜਾਂਦਾ ਅਤੇ ਫਿਰ ਬਾਅਦ ਦੇ ਵਿੱਚ ਸਹੀ ਨਹੀਂ ਰਹਿੰਦਾ। ਇਸ ਵਾਸਤੇ ਕਹਿੰਦੇ ਵੀ ਮਿੱਤਰ ਦੀ ਉਸਤਤੀ ਮਿੱਤਰ ਦੀ ਪਿੱਠ ਪਿੱਛੇ ਕਰੀਏ, ਉਹਦੇ ਮੁੱਖ ਉੱਪਰ ਕਦੀ ਨਾ ਕਰੀਏ। ਧੀ ਪੁੱਤ ਇਸਤਰੀ ਦੀ ਉਸਤਤੀ ਭੁੱਲ ਕੇ ਵੀ ਨਾ ਕਰੀਏ। ਹਾਂ ਗੁਰੂ ਦੀ ਉਸਤਤੀ ਉਹਦੇ ਦਰਵਾਜ਼ੇ 'ਤੇ ਖੜ੍ਹ ਕੇ ਉਹਦੇ ਮੁੱਖ ਅੱਗੇ ਕਰਨਾ ਕਰੀਏ। ਪਰਮੇਸ਼ਰ ਨੂੰ ਸਲਾਹੀਏ ਔਰ ਉਹਦੇ ਚਰਨਾਂ ਵਿੱਚ ਬੈਠ ਕੇ ਉਹਦੇ ਮੁੱਖ 'ਤੇ ਸਲਾਹੁਣਾ ਕਰੀਏ। ਬਾਕੀ ਦੁਨੀਆ ਨਾ ਸਾਲਾਹੇ
ਜੋ ਮਰ ਵੰਝਸੀ ਲੋਕਾ ਨਾ ਸਾਲਾਹੇ, ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਨਾਨਕ ਵੇ ਪ੍ਰਵਾਹੋ। ਵੇ ਪ੍ਰਵਾਹ ਪਰਮਾਤਮਾ ਦੀ ਸਿਫਤ ਕਰੀਏ। ਘਰ ਦੇਖੈ ਸੋਈ, ਜੋ ਕਰਕੇ ਪੈਦਾ ਤੇ ਫਿਰ ਪਾਲਣਾ ਕਰਦਾ ਉਹਨੂੰ ਸਲਾਹੁਣਾ ਕਰੋ। ਜਿਨ ਕੀ ਆਸੋ ਮਨ ਵਸੈ, ਜਿਸ ਵਾਹਿਗੁਰੂ ਨੇ ਸੰਸਾਰ ਸਾਰੇ ਨੂੰ ਹੀ ਪੈਦਾ ਕੀਤਾ, ਉਹ ਪਰਮੇਸ਼ਰ ਮੇਰੇ ਮਨ ਹਿਰਦੇ ਵਿੱਚ ਵਸਦਾ ਹੈ। ਮੈਂ ਅਵਰ ਨ ਕੋਈ, ਉਸ ਤੋਂ ਬਗੈਰ ਮੇਰੇ ਹਿਰਦੇ ਵਿੱਚ ਹੋਰ ਕੋਈ ਨਹੀਂ ਹੈ, ਹੋ ਅਵਰ ਅਸਥਾਨ ਵਿੱਚ ਕੋਈ ਨਹੀਂ ਹੈ। ਸੋ ਸਾਚਾ ਸਾਲਾਹੀਐ, ਜੇ ਉਹ ਸੱਚ ਸਰੂਪ ਪਰਮੇਸ਼ਰ ਨੂੰ ਸਲਾਹੁਣਾ ਕਰੀਏ ਸਾਚੀ ਪਤ ਹੋਈ, ਤਾਂ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੀ ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ। ਪੰਡਤ ਪੜ੍ਹ ਨਾ ਪਹੁੰਚਾਈ, ਜਿਹੜੇ ਪੰਡਤ ਵਿਦਵਾਨ ਹਨ, ਇਹ ਵਿਦਵਾਨ ਮੁਰਖ ਕੇਵਲ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਸੱਚ ਸਰੂਪ ਜਾਂ ਮੋਖ ਵਿੱਚ ਨਹੀਂ ਪਹੁੰਚ ਸਕਦਾ। ਬਹੁਆਲ ਜੰਜਾਲਾ, ਕਾਲ ਘਰ ਜਾਂ ਸਰੀਰ ਉਪਕਾਰ ਦੇ ਬਹੁਤੇ ਬੰਧਨਾਂ ਦੇ ਵਿੱਚ ਫਸਿਆ ਰਹਿੰਦਾ ਹੈ। ਵਿਦਵਾਨ ਜਿਹੜਾ ਪੁਰਖ ਹੈ ਉਹ ਵਿਦਿਆ ਤਾਂ ਪੜ੍ਹ ਲੈਂਦਾ ਪਰ ਨਾਮ ਨਹੀਂ ਜਪਦਾ, ਇਸ ਕਰਕੇ ਮੋਹ ਮਾਇਆ ਦੇ ਜੰਜਾਲ 'ਚ ਫਸਿਆ ਹੋਣ ਕਰਕੇ ਜਮਾਂ ਦੇ ਵਸ ਪੈਂਦਾ ਹੈ। ਜਿਹੜੇ ਸੰਤ ਨੇ ਬ੍ਰਹਮ ਗਿਆਨੀ ਨੇ ਉਹ ਭਾਵੇਂ ਵਿਦਿਆ ਨਹੀਂ ਪੜ੍ਹੇ ਪਰ ਉਹਨਾਂ ਨੇ ਬ੍ਰਹਮ ਵਿਦਿਆ ਨੂੰ ਕਮਾਇਆ ਹੋਇਆ ਹੈ। ਤੋ ਇਸ ਲਈ ਗੱਲ ਕਮਾਈ 'ਤੇ ਨਿਬੜਦੀ ਹੈ। ਆਪ ਕਮਾਓ ਅਬਰਾ ਉਪਦੇਸ਼। ਸੋ ਵਿਦਿਆ ਪੜ੍ਹਨ ਦੇ ਨਾਲ ਛੁਟਕਾਰਾ ਨਹੀਂ ਹੈ, ਇਹ ਬ੍ਰਹਮ ਵਿਦਿਆ ਨੂੰ ਕਮਾਉਣ ਦੇ ਨਾਲ ਛੁਟਕਾਰਾ ਹੋਣਾ ਹੈ। ਪਾਪ ਪੁੰਨ ਦੋਇ ਸੰਗਮੇ, ਕੀਤੇ ਹੋਏ ਪਾਪ ਤੇ ਪੁੰਨ ਦੋਵੇਂ ਜੀਵ ਦੇ ਨਾਲ ਹੀ ਰਹਿੰਦੇ ਨੇ। ਕੀਤੇ ਪਾਪ ਕਰਮਾਂ ਦੀ, ਕੀਤੇ ਪੁੰਨ ਸਕਾਮ ਕਰਮ, ਇਹਨਾਂ ਕਰਮਾਂ ਦੀ ਸੋ ਨਾਲ ਸਾਡੀ ਸੰਗਤ ਹੋਵੇਗੀ। ਸਕਾਮ ਕਰਮ ਉਗਾਹੀ ਦੇਣਗੇ, ਪਾਪ ਉਗਾਹੀ ਦੇਣਗੇ। ਇਉਂ ਇਹ ਜੀਵ ਦੇ ਨਾਲ ਰਹਿੰਦੇ ਨੇ ਦੋਵੇਂ ਹੀ। ਖੁਦਿਆ ਜਮ ਕਾਲਾ, ਇਸੇ ਕਰਕੇ ਕਾਲ ਕਰਨ ਵਾਲਾ ਜਾਮ ਜੀਵ ਦਾ ਭੁੱਖਾ ਰਹਿੰਦਾ ਹੈ, ਜਾਂ ਤ੍ਰਿਸ਼ਨਾ ਨੂੰ ਭੁੱਖ ਕਰਕੇ ਜਮ ਕਾਲ ਚੰਬੜਿਆ ਹੀ ਰਹਿੰਦਾ ਹੈ, ਜਾਂ ਜਮ ਕਾਲ ਜੰਮਣਾ ਮਰਨਾ ਹੀ ਬਣਿਆ ਰਹਿੰਦਾ ਹੈ। ਤ੍ਰਿਸ਼ਨਾਲੂ ਦਾ ਯਮ ਕਾਲ ਕਰਦਾ ਰਹਿੰਦਾ ਹੈ। ਵੇ ਛੋੜਾ ਭਉ ਵਿਸਰੈ, ਜੇਕਰ ਪਰਮੇਸ਼ਰ ਦਾ ਡਰ ਹਿਰਦੇ ਵਿੱਚ ਪੈ ਜਾਵੇ ਫਿਰ ਵਿਛੋੜਾ ਵੀ ਵਿਸਰ ਜਾਂਦਾ ਹੈ। ਪੂਰਾ ਰਖਵਾਲਾ, ਅਤੇ ਪੂਰਨ ਪਰਮੇਸ਼ਰ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਰੱਖਿਆ ਕਰਨ ਵਾਲਾ ਬਣ ਜਾਂਦਾ ਹੈ। ਇਸੇ ਪ੍ਰਕਾਰ ਪੂਰਾ ਰਖਵਾਲਾ, ਜੋ ਪੂਰਨ ਪਰਮੇਸ਼ਰ ਲੋਕ ਪਰਲੋਕ 'ਚ ਰੱਖਿਆ ਕਰਨ ਵਾਲਾ ਹੈ। ਵਿਛੋੜਾ ਪਉ ਵਿਸਰ, ਉਸ ਪਰਮੇਸ਼ਰ ਦਾ ਡਰ ਵਿਸਰਨੇ ਕਰਕੇ ਜੀਵਨ ਦਾ ਉਸ ਨਾਲੋਂ ਵਿਛੋੜਾ ਪਿਆ ਹੋਇਆ ਹੈ। ਇਸੇ ਪ੍ਰਕਾਰ ਵੇ ਛੋੜਾ ਭਉ ਵਿਸਰੈ, ਉਹਦਾ ਵਿਛੋੜਾ ਤੇ ਡਰ ਵਿਸਰ ਗਿਆ ਹੈ। ਪੂਰਾ ਰਖਵਾਲਾ, ਜਿਸ ਦਾ ਪਰਮੇਸ਼ਰ ਰੱਖਿਅਕ ਹੋਇਆ ਹੈ। ਜਿਨ ਕੀ ਲੇਖੈ ਪਤ ਪਵੈ, ਜਿਨ੍ਹਾਂ ਦੀ ਗੁਰ ਕਿਰਪਾ ਦੁਆਰਾ ਇੱਜ਼ਤ ਲਿਖਿਆ ਵਿੱਚ ਪ੍ਰਵਾਨਗੀ ਵਿੱਚ ਪੈ ਜਾਂਦੀ ਹੈ। ਸੇ ਪੂਰੇ ਪਾਈ, ਹੇ ਮੇਰੇ ਭਰਾਵੋ, ਉਹ ਪੂਰਨ ਪੁਰਖ ਹਨ ਜਾਂ ਗੁਣਾਂ ਕਰਕੇ ਪੂਰੇ ਨੇ। ਪੂਰੇ ਪੂਰੀ ਮਤ ਹੈ, ਪੂਰਨ ਗੁਰਾਂ ਦੀ ਪੂਰਨ ਸਿੱਖਿਆ ਹੈ। ਸੱਚੀ ਵਡਿਆਈ, ਜੇ ਸਿੱਖਿਆ ਰਾਹੀਂ ਗੁਰੂ ਜੀ ਸੱਚੀ ਨਾਮ ਦੀ ਵਡਿਆਈ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਨੂੰ ਬਖਸ਼ਦੇ ਹਨ। ਦੇ ਟੋਟ ਨ ਆਵਈ, ਸਤਿਗੁਰੂ ਜਾਂ ਪ੍ਰਭੂ ਦਾਤੇ ਦੇ ਦਾਤ ਦਿੰਦਿਆਂ ਘਾਟ ਨਹੀਂ ਆਉਂਦੀ ਹੈ। ਲੈ ਲੈ ਥਕ ਪਾਈ, ਸਗੋਂ ਸ੍ਰਿਸ਼ਟੀ ਦਾਤਾਂ ਲੈ ਲੈ ਕੇ ਥੱਕ ਪੈਂਦੀ ਹੈ। ਮਤਲਬ ਦਾਤਾਂ ਲੈ ਲੈ ਜੀਵਾਂ ਦੇ ਸਰੀਰ ਜੂਨਾਂ ਵਿੱਚ ਪੈ ਕੇ ਥੱਕ ਪੈਂਦੇ ਨੇ।
ਪਰ ਪਰਮੇਸ਼ਰ ਦਾਤੇ ਦੇ ਦਾਤਾ ਦਿੰਦਿਆਂ ਘਾਟਾ ਨਹੀਂ ਆਉਂਦਾ ਹੈ। ਦਿੰਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਇਸ ਲਈ ਸੋ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਦਰ ਖਾਹੀ ਖਾਹੇ। ਦੇਣ ਵਾਲਾ ਦੇਈ ਜਾਂਦਾ, ਲੈਣ ਵਾਲੇ ਜਿਹੜੇ ਹੱਥ ਨੇ ਉਹ ਕੰਬਣ ਲੱਗ ਪੈਂਦੇ। ਫੜਿਆ ਦੁੱਧ ਦਾ ਗਲਾਸ ਡੁੱਲ ਜਾਂਦਾ ਪਰ ਦੁੱਧ ਨਹੀਂ ਮੁੱਕਦਾ। ਜਿਹੜੇ ਦੰਦ ਨੇ ਉਹ ਖਾ ਖਾ ਕੇ ਥੱਕ ਕੇ ਵਿਚਾਰੇ ਮੂੰਹ 'ਚੋਂ ਨਿਕਲ ਜਾਂਦੇ ਨੇ। ਜਿਹੜੀਆਂ ਦਾੜਾਂ ਨੇ ਰੱਬ ਦੇ ਦਿੱਤੇ ਖਾ ਖਾ ਕੇ ਵਿੱਚੋਂ ਕੀੜਿਆਂ ਦੇ ਨਾਲ ਖਤਮ ਹੋ ਜਾਂਦੀਆਂ। ਮਠਿਆਈਆਂ ਦੀਆਂ ਦੁਕਾਨਾਂ, ਉਹ ਪੀਜੇ ਹੱਟ ਫਾਸਟ ਫੂਡ ਤਾਂ ਉਤਰੇ ਹੀ ਤੁਰੇ ਫਿਰਦੇ ਨੇ। ਸ਼ੋਅਰੂਮ ਦੁਕਾਨਾਂ ਭਰੀਆਂ ਹੋਈਆਂ ਨੇ। ਡਾਕਟਰ ਰੋਕ ਦਿੰਦੇ ਨੇ ਵੀ ਤੂੰ ਹੁਣ ਸਮੋਸਾ ਨਹੀਂ ਖਾਣਾ, ਇਸ ਵਾਸਤੇ ਖਬਰਦਾਰ, ਖਾਏਗਾ ਤਾਂ ਤੈਨੂੰ ਆਹ ਕੁਛ ਹੋਊਗਾ। ਲੂਣ ਤਾਂ ਉਸੇ ਤਰ੍ਹਾਂ ਹੀ ਆ ਪਰ ਤੂੰ ਨਹੀਂ ਖਾਣਾ। ਮਿੱਠਾ ਤਾਂ ਬੋਰੀਆਂ ਦੀਆਂ ਬੋਰੀਆਂ ਭਰੀਆਂ ਹੋਈਆਂ ਨੇ। ਅਤੇ ਕਿੱਥੇ ਚੋਰੀ ਮਾਂ ਪਿਓ ਤੋਂ ਡੱਬੇ ਖਾਲੀ ਕਰ ਦਿੰਦੇ। ਅਤੇ ਹੁਣ ਕਹਿੰਦੇ 2 ਦਾਣੇ ਵੀ ਨਹੀਂ ਤੂੰ ਖਾ ਸਕਦਾ। ਜੋ ਕੁਝ ਖਾਣਾ ਉਹ ਲੋਕ ਫਰੂਟ ਵੀ ਸ਼ੂਗਰ ਫਰੀ ਲੈਂਦੇ ਨੇ। ਕੇਲਾ ਵੀ ਕੱਚਾ ਖਾਓ, ਰਸੇ ਇਹਦੇ ਵਿੱਚ ਸ਼ੂਗਰ ਪੈ ਜਾਂਦੀ। ਅਤੇ ਇਸ ਲਈ ਪਰਮਾਤਮਾ ਦਾ ਦਿੱਤਾ ਨਹੀਂ ਮੁੱਕਦਾ ਹੈ। ਇਨਸਾਨ ਹੰਭ ਜਾਂਦਾ ਹੈ ਖਾ ਖਾ ਕੇ, ਲੈ ਲੈ ਕੇ, ਅਤੇ ਫਿਰ ਸੋ ਪਰਲੋਕ ਨੂੰ ਉਹਨੂੰ ਤੁਰਨਾ ਪੈਂਦਾ ਹੈ। ਸਰੀਰ ਵੀ ਖਤਮ ਹੋ ਜਾਂਦਾ ਹੈ। ਇਸੇ ਪ੍ਰਕਾਰ ਦੇ ਤੋਟ ਨਾ ਆਵਈ। ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਕਥਾ ਕੀਰਤਨ, ਇਹ ਗੁਰੂ ਕੀ ਸੰਗਤ ਦੀ ਦਾਤ, ਵਾਹਿਗੁਰੂ ਦੇ ਨਾਮ ਦੀ ਦਾਤ, ਗੁਰਾਂ ਨੂੰ ਨਾਮ ਦੀ ਕਥਾ ਕੀਰਤਨ ਦੀ ਦਾਤ ਦਿੰਦੇ ਆ। ਕੋਈ ਘਾਟ ਕੋਈ ਤੋਟ ਨਹੀਂ ਆਉਂਦੀ ਹੈ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਧੋ ਜਾਈ। ਲੈ ਲੈ ਥਕ ਪਾਈ। ਤੇ ਜਗਿਆਸੂ ਨਾਮ ਦੀ ਦਾਤ ਲੈ ਲੈ ਕੇ ਬਿੰਦੀ ਵੀ ਆਪਣੇ ਕੋਲੋਂ ਲੱਗ ਜਾਂਦੀ ਹੈ ਨੱਕ 'ਚ ਬੋਲਣ ਤੋਂ, ਪਰ ਟਿੱਪੀ ਨਹੀਂ ਲਾਉਣੀ ਚਾਹੀਦੀ, ਕਿਉਂਕਿ ਟਿੱਪੀ ਇੱਕ ਪੂਰੀ ਮਾਤਰਾ ਬਣ ਜਾਂਦੀ ਹੈ। ਇਹ ਕਵਿਤਾ ਰੂਪ ਹੈ ਗੁਰਬਾਣੀ, ਬਾਕੀ ਹੈ ਤੁਰ ਕੀ ਅੱਖਰ ਲਿਖੇ ਸੇ ਹੀ ਗਾਵਾਂ, ਅਵਰ ਨਾ ਜਾਣਾ ਬਾਣੀ ਲਗਾ ਮਾਤਰਾ ਨੂੰ। ਸਹੀ ਅਤੇ ਸਪਸ਼ਟ ਪੜ੍ਹਨ ਦੀ ਆਗਿਆ ਹੈ ਗੁਰੂ ਸਾਹਿਬ ਵੱਲੋਂ। ਇਸ ਲਈ ਇਹੀ ਅੱਖਰ ਦੀ ਪ੍ਰੋਨਾਊਂਸੀਏਸ਼ਨ ਬਣੇਗੀ ਸਮੁੰਦਰ, ਕਿਉਂਕਿ ਟਿੱਪੀ ਨਹੀਂ ਹੈ। ਖਾਰ ਸਮੁੰਦਰ ਢੰਡੋਲੀ ਹੈ, ਅਰਥ ਤਾਂ ਸਮੁੰਦਰ ਦਾ ਹੀ ਹੈ। ਜੇ ਕੋਈ ਪੁਰਖ ਖਾਰੇ ਸਮੁੰਦਰ ਨੂੰ ਖੋਜ ਨਾ ਕਰੇ, ਜਿਵੇਂ ਬਾਬਾ ਫਰੀਦ ਸਾਹਿਬ ਨੇ ਲਿਖਿਆ ਹੈ ਕਿ ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੱਕਰ ਚੁੱਗਣ ਥਲ ਵਸਨ। ਉੱਥੇ ਕੱਕਰ ਦਾ ਜਿਹੜਾ ਅਰਥ ਹੈ ਉਹ ਕੰਕਰ ਹੈ, ਰੋੜ ਹੈ, ਅਤੇ ਪਰ ਟਿੱਪੀ ਲਾਉਣ ਦੀ ਆਗਿਆ ਨਹੀਂ ਹੈ। ਆਪਣੇ ਕੋਲੋਂ ਆਪਾਂ ਟਿੱਪੀ ਨਹੀਂ ਲਾ ਸਕਦੇ। ਅਰਥ ਤਾਂ ਕੰਕਰ ਹੀ ਬਣੇਗਾ, ਪੜ੍ਹਨਾ ਫਿਰ ਕੱਕਰ ਹੀ ਪਊਗਾ। ਭਾਵੇਂ ਕੱਕਰ ਕੋਰੇ ਨੂੰ ਕਹਿੰਦੇ ਨੇ ਬਹੁਤੀ ਸਰਦੀ ਨੂੰ, ਪਰ ਹੁਣ ਕੀ ਕਰੀਏ, ਲਿਖੀ ਨਹੀਂ ਟਿੱਪੀ ਹੈ। ਇਹ ਗੁਰੂ ਸਾਹਿਬ ਦੀ ਆਪ ਦੀ ਮੌਜ ਹੈ ਜੋ ਭਾਈ ਗੁਰਦਾਸ ਸਾਹਿਬ ਨੇ ਲਿਖ ਦਿੱਤਾ। ਉਹ ਬਹੁਤ ਸਿਆਣੇ ਸਨ। ਇਸ ਲਈ ਸੋ ਅਨਪੋਲ ਗਲਤੀ ਹੋਣ ਤੋਂ ਬਚਣਾ ਚਾਹੀਦਾ। ਉੱਥੇ ਵੀ ਪਾਠ ਹੈ, ਕੱਕਰ ਚੁੱਗਣ ਥਲ ਵਸਨ, ਰੱਬ ਨਾ ਛੋਡਣ ਬਾਸ। ਖਾਰ ਸਮੁੰਦਰ ਢੰਡੋਲੀ ਹੈ। ਜੇਕਰ ਕੋਈ ਪੁਰਖ ਖਾਰੇ ਸਮੁੰਦਰ ਨੂੰ ਵੀ ਖੋਜ ਨਾ ਕਰੇ, ਇੱਕ ਮਣੀਆਂ ਪਾਵੈ, ਤਾਂ ਉਸ ਵਿੱਚੋਂ ਕੋਈ ਇੱਕ ਅੱਧੀ ਮਣੀ ਪਾ ਲੈਂਦਾ ਹੈ। ਦੋਏ ਦਿਨ ਚਾਰ ਸੁਹਾਵਣ, ਉਹ ਮਣੀ 2-4 ਦਿਨ ਸ਼ੋਭਨੀਕ ਪ੍ਰਤੀਤ ਹੁੰਦੀ ਹੈ। ਮਾਟੀ ਤਿਸ ਖਾਵੈ, ਤੇ ਅਖੀਰ ਉਸ ਮਣੀ ਨੂੰ ਮਿੱਟੀ ਖਾ ਹੀ ਜਾਂਦੀ ਹੈ। ਆ ਜਿਹੜਾ ਕੋਹ ਨੂਰ ਹੀਰਾ ਸੀਗਾ, ਕਿੰਨਾ ਵੇਖੋ ਇਹਦੇ ਪਿੱਛੇ ਝਗੜਾ ਖੜਾ ਹੋਇਆ, ਅਤੇ ਮਹਾਰਾਜੇ ਕੋਲ ਬੜੇ ਯਤਨਾਂ ਨਾਲ ਆਇਆ, ਉਹਦੇ ਕੋਲ ਵਿਚਾਰੇ ਕੋਲ ਵੀ ਨਹੀਂ ਰਿਹਾ, ਕਿਉਂਕਿ ਸਾਂਭਣ ਵਾਲਾ ਹੀ ਅੱਖਾਂ ਮੀਟ ਗਿਆ। ਉਹ ਛੋਟਾ ਜਿਹਾ ਮਹਾਰਾਜਾ ਦਲੀਪ ਸਿੰਘ ਉਹਨੂੰ ਫਿਰ ਗੋਰੇ ਵਰਗਲਾ ਕੇ ਲੈ ਗਏ। ਅਤੇ ਉਹ ਜਿਹੜੀ ਕਵੀਨ ਸੀਗੀ ਉੱਥੋਂ ਇੰਗਲੈਂਡ ਦੀ ਗੋਰੀ ਮਹਾਰਾਣੀ, ਅਤੇ ਕਈ ਕਹਿੰਦੇ ਵੀ ਉਹਦੇ ਮੁਕਟ ਦੇ ਵਿੱਚ ਅੱਧਾ ਉਹਦੇ ਵਿੱਚ, ਅੱਧਾ ਸਵਿਟਜ਼ਰਲੈਂਡ ਦੀ ਬੈਂਕ ਦੇ ਵਿੱਚ। ਉਹ ਜਿਸ ਵਕਤ ਗੋਰੇ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਗਏ, ਅਤੇ ਸਾਧ ਸੰਗਤ ਜੀ ਉਹ 8.5 ਸਾਲ ਦਾ ਬੱਚਾ ਕੀ ਹੁੰਦਾ, ਉਹਨੂੰ ਕਹਿੰਦੇ ਵੀ ਤੂੰ
ਅਕਵੀਨ ਦਾ ਬਰਥਡੇ ਆ ਅਤੇ ਇਹਨੂੰ ਤੂੰ ਗਿਫਟ ਕਰਦੇ ਆ। ਉਹਨੂੰ ਗਿਫਟ ਦਾ ਪਤਾ ਹੀ ਨਹੀਂ ਸੀ। ਹੁਣ ਇੰਡੀਅਨ ਬੰਦਿਆਂ ਨੂੰ ਹੁਣ ਤਾਂ ਬੜੀ ਦੁਨੀਆ ਐਡਵਾਂਸ ਹੋ ਗਈ। ਉਹ ਗਿਫਟ ਕੀਤੀ ਚੀਜ਼ ਬੰਦਾ ਲੈ ਨਹੀਂ ਸਕਦਾ। ਮਹਾਰਾਣੀ ਵਿਕਟੋਰੀਆ ਸੀ ਉਦੋਂ, ਹੁਣ ਮਹਾਰਾਣੀ ਐਲਜ਼ਾਬੈਥ ਹੈ, ਜਿਹਦੀ ਪੌਂਡ ਦੇ ਉੱਪਰ ਕੈਨੇਡੀਅਨ ਡਾਲਰ ਉੱਪਰ ਵੀ ਫੋਟੋ ਹੁੰਦੀ ਹੈ। ਇਹ ਗੋਰੇ ਹਰੇਕ ਧਰਤੀ ਦੇ ਕਾਬਜ਼ ਰਹੇ ਨੇ ਆਪਦੀ ਸਰਦਾਰੀ। ਇੰਡੀਆ ਵੀ ਮੈਂ ਸੁਣਿਆ ਵੀ ਅਜੇ ਵੀ ਲੀਜ਼ 'ਤੇ ਚੱਲ ਰਿਹਾ। 99 ਸਾਲ ਦੀ ਹੁੰਦੀ, ਜਦੋਂ 100 ਸਾਲ ਪੂਰਾ ਹੋ ਜਾਏ ਅਤੇ ਉਹ ਮੁੜ ਕੇ ਉਹ ਫਿਰ ਲੈ ਲੂ ਲੈਂਦੇ ਨੇ। ਇਸ ਤਰ੍ਹਾਂ ਉਹਨਾਂ ਦੀ ਸਰਦਾਰੀ ਰਹੀ ਹੈ ਜੀ। ਕੀ ਗੱਲ ਕਰੀਏ, ਰੱਬ ਵੱਲੋਂ ਹੀ ਇਸ ਤਰ੍ਹਾਂ ਸੀਗਾ। ਉਹ ਵੇਖੋ ਕਿੰਨਾ ਕੁਛ ਹੋਇਆ ਉਹਦੇ ਪਿੱਛੇ, ਅਤੇ ਉਹ ਰਿਹਾ ਹੁਣ ਨਹੀਂ ਲੱਭਦਾ ਹੈ। ਇਸ ਲਈ ਉਹਨੇ ਤਾਂ ਕੀ ਗਵਾਚਣਾ, ਬੰਦਾ ਹੀ ਗਵਾਚ ਜਾਂਦਾ ਸਾਂਭਣ ਵਾਲਾ। ਇਸ ਲਈ ਮਹਾਰਾਜ ਕਹਿੰਦੇ ਵੀ ਮਣੀਆਂ ਮੁਣੀਆਂ ਐਵੇਂ ਹੀ ਨੇ, ਮਿੱਟੀ ਖਾ ਜਾਂਦੀ ਹੈ। ਸੋਨਾ ਕੀ, ਚਾਂਦੀ ਕੀ, ਮਾਣਕ ਕੀ, ਮੋਤੀ ਕੀ, ਸਭ ਕੁਝ ਝੂਠ ਹੈ। ਇਹ 2 ਦਿਨਾਂ ਦੀ 4 ਦਿਨਾਂ ਦੀ ਸੁਹੱਪਣ ਦਾ ਹੈ, ਸ਼ੋਭਾ ਹੈ। ਕ੍ਰਿਸ਼ਨ ਭਗਵਾਨ ਵੇਖੋ ਉਹ ਮਣੀ ਦੇ ਪਿੱਛੇ ਉਹਨਾਂ ਦੇ ਉੱਪਰ ਇੱਕ ਦੋਸ਼ ਲੱਗਾ, ਅਤੇ ਫਿਰ ਉਹਨਾਂ ਰਿਸ਼ ਨੂੰ, ਭਾਲੂ ਨੂੰ, ਜਾਮਵੰਤ ਜਿਹਦਾ ਨਾਮ ਸੀ, ਜਿਹਦੇ ਨਾਮ 'ਤੇ ਜੰਮੂ ਸ਼ਹਿਰ ਬਣਿਆ, ਉਹਦੇ ਨਾਲ ਯੁੱਧ ਕਰਕੇ ਅਤੇ ਉਹਨੂੰ ਜਿੱਤ ਕੇ, ਅਤੇ ਨਾਲੇ ਤਾਂ ਉਹਦੀ ਧੀ ਵਿਆਹ ਕੇ ਲਿਆਂਦੀ, ਨਾਲੇ ਉਹਨੇ ਧੀ ਦੇ ਦਾਜ ਵਿੱਚ ਉਹ ਮਣੀ ਦੇ ਦਿੱਤੀ। ਫਿਰ ਕ੍ਰਿਸ਼ਨ ਦਾ ਖਹਿੜਾ ਛੁੱਟਿਆ। ਤੋ ਇਸ ਲਈ ਇਹ ਮਣੀਆਂ ਮੁਣੀਆਂ ਵੀ ਝਗੜਾ ਖੜਾ ਕਰ ਦਿੰਦੀਆਂ। ਕਾਮ ਤੇ ਨਗਾਮੀ ਜਿਹੜੀ ਸਵਰਗਾਂ ਦੀ ਮੰਨੀ ਗਈ ਹੈ, ਇਹ ਵੀ ਝਗੜਾ ਖੜਾ ਕਰਦੀ। ਉਹ ਕੀਮਤੀ ਜਿਹੜੀਆਂ ਚੀਜ਼ਾਂ ਨੇ ਇਹ ਬੰਦਾ ਕਈ ਵਾਰ ਪ੍ਰਾਪਤ ਤਾਂ ਕਰ ਲੈਂਦਾ, ਚੀਜ਼ ਲੈਣੀ ਸੌਖੀ ਹੈ। ਮੈਂ ਹਿਸਾਬ ਲਾਇਆ ਅੰਨਾ ਪੈਸਾ ਦੁਨੀਆ ਕੋਲ, ਅਤੇ ਪਰ ਉਹਨੂੰ ਮੇਨਟੇਨ ਕਰਨਾ ਸਾਂਭਣਾ ਔਖਾ ਹੈ। ਸਗੇ ਧੀਆਂ ਪੁੱਤ ਲੜ ਕੇ ਅਤੇ ਉਹ ਬਜ਼ੁਰਗਾਂ ਦੀ ਜਾਨ ਦਾ ਖਾਓ ਬਣ ਜਾਂਦੇ ਵੀ ਆਹ ਚੀਜ਼ ਤੂੰ ਮੈਨੂੰ ਦੇ, ਉਹ ਕਹਿੰਦਾ ਮੈਨੂੰ ਦੇ। ਇਸ ਵਾਸਤੇ ਵੰਡ ਵਡਈਏ ਤੋਂ ਝਗੜਾ ਖੜਾ ਹੋ ਜਾਂਦਾ। ਰਾਜੇ ਮਹਾਰਾਜਿਆਂ 'ਚ ਖੋਹ ਖਿੰਝਣ ਦੀ ਲੜਾਈ ਚੱਲਦੀ ਹੈ। ਇਸ ਲਈ ਇੱਥੇ ਸੁੱਖ ਨਹੀਂ ਹੈ, ਨਾ ਪੈਸੇ ਵਿੱਚ ਹੈ, ਨਾ ਕੀਮਤੀ ਚੀਜ਼ਾਂ ਦੇ ਵਿੱਚ। ਇਸ ਲਈ ਆਪਾਂ ਤਾਂ ਪੱਕਾ ਹੀ ਮੱਥਾ ਟੇਕਿਆ ਹੋਇਆ ਵੀ ਜੇ ਸੋਨਾ ਜਾਂਦੀ ਜਾਂ ਚੀਜ਼ ਆਪਾਂ ਪਾਉਣੀ ਨਹੀਂ, ਉਹਦਾ ਫਾਇਦਾ ਕੀ? ਆਪਾਂ ਤਾਂ ਉਹਦੇ ਇਹੀ ਆ ਵੀ ਆ ਮੇਰੇ ਕੋਲ ਆ, ਵੇਖੋ ਆਪਦੀ ਜੇਬ 'ਚ ਦੂਜੇ ਨੂੰ ਦਿਖਾ ਕੇ ਵੀ ਆ ਮੇਰੇ ਕੋਲ ਆ ਹੈ। ਲਾਭ ਤਾਂ ਕੋਈ ਹੈ ਨਹੀਂ ਸਾਂਭਣ ਦਾ ਕੋ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਰੱਬ ਦਾ ਨਾਮ, ਭਾਈ ਮਰਦਾਨਾ ਜੀ ਨੂੰ ਇਹੀ ਸਿੱਖਿਆ ਦਿੰਦੇ ਰਹੇ ਕਿ ਸਾਈਂ ਨਾਮ ਅਮੋਲ ਕੀਬ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰੰਗ ਮਾਣ ਦੋ। ਇਹ ਸਾਲਸਰਾਏ ਜੌਹਰੀ ਤੂੰ ਇੰਨਾ ਸਿਆਣਾ ਹੋ ਕੇ ਅਤੇ ਆ ਕੱਚੇ ਪਿੱਲੇ ਕੱਚਾਂ ਦੀ ਕੀਮਤ ਪਾਉਣ ਦੇ ਵਿੱਚ ਤੂੰ ਪਿਆ ਹੋਇਆ ਆਪਦਾ ਸਮਾਂ ਬਰਬਾਦ ਕਰ ਰਿਹਾ। ਜਿਹੜਾ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਮੋਲਕ ਵਾਹਿਗੁਰੂ ਦਾ ਨਾਮ ਇੱਕ ਮਾਣਕ ਦੀ ਤਰ੍ਹਾਂ ਹੈ, ਮੋਤੀ ਦੀ ਤਰ੍ਹਾਂ ਹੈ, ਉਹਦੀ ਤੂੰ ਪਹਿਚਾਣ ਹੀ ਨਹੀਂ ਕਰਦਾ ਹੈ ਗੁਰੂ ਦੇ ਦੁਆਰਾ। ਇਸ ਲਈ ਪਾਤਸ਼ਾਹ ਫਰਮਾਨ ਕਰਦੇ ਹਨ, ਖਾਰ ਖਾਰ ਸਮੁੰਦਰ ਸਮੁੰਦਰ ਢੰਡੋਲੀਆ। ਜੇਕਰ ਕੋਈ ਵਿਸ਼ਿਆਂ ਰੂਪ ਖਾਰੇਪਣ ਵਾਲੇ ਸੰਸਾਰ ਸਮੁੰਦਰ ਨੂੰ ਖੋਜਣਾ ਢੂੰਡਣਾ ਕਰੇ, ਇੱਕ ਮਣੀਆਂ ਪਾਵੈ, ਤਾਂ ਦੁਨੀਆ ਵਿੱਚੋਂ ਚੰਗਾ ਮਹਾਤਮਾ ਕਹਾ ਕਿ ਮਨੌਤ ਕਰਾਉਣ ਰੂਪ ਇੱਕ ਅੱਧੀ ਮਣੀ ਨੂੰ ਪਾ ਲੈਂਦਾ, ਵਡਿਆਈ ਕਰਾਉਣ ਰੂਪ ਇੱਕ ਮਣੀ ਪਾ ਲੈਂਦਾ, ਜਾਂ ਦੁਖੀ ਦੇ ਤਰਸ ਕਰਨ ਰੂਪ ਮਣੀ ਪਾ ਲੈਂਦਾ, ਜਾਂ ਸੁਖੀ ਨਾਲ ਮੈਤਰੀ ਪੁਣੇ ਦੀ ਮਣੀ ਪਾ ਲੈਂਦਾ, ਜਾਂ ਇੱਕ ਅੱਧੀ ਗੁਣ ਰੂਪ ਮਣੀ ਨੂੰ ਪਾ ਲੈਂਦਾ ਹੈ। ਦੋਏ ਦਿਨ ਚਾਰ ਸੁਹਾਵਣਾ, ਉਹ ਵਡਿਆਈ ਜਾਂ ਮਨੌਤ 2-4 ਦਿਨ ਹੀ ਸੁਹਾਵਣੀ ਲੱਗਦੀ ਹੈ। ਮਾਟੀ ਤਿਸ ਖਾਵੈ, ਅੰਤ ਨੂੰ ਉਸ ਦੇਹ ਨੂੰ ਕਾਲ ਰੂਪ ਜਿਹੜੀ ਮਿੱਟੀ ਹੈ ਉਹ ਖਾ ਜਾਂਦੀ, ਭਾਵ ਸਰੀਰ ਸਵਾਹ ਹੋ ਕੇ ਮਿੱਟੀ 'ਚ ਹੀ ਮਿਲ ਜਾਂਦਾ ਹੈ, ਉਹ ਵੀ ਮਿੱਟੀ 'ਚ ਹੀ ਮਿਲ ਜਾਂਦੀ ਹੈ। ਗੁਰ ਸਾਗਰ ਸਤ ਸੇਵੀਐ, ਜੋ ਗੁਰੂ ਰੂਪ ਸਮੁੰਦਰ ਸ਼ੁਭ ਗੁਣਾਂ ਰੂਪ ਮਣੀਆਂ ਨਾਲ ਭਰੇ ਹੋਏ ਨੇ, ਉਹਨਾਂ ਸੱਚੇ ਗੁਰਾਂ ਨੂੰ ਸੇਵਨਾ ਕਰੀਏ। ਤੇ ਟੋਟ ਨ ਆਵੈ, ਜੋ ਕਰਨਾ ਮੁਦਤਾ ਮੈਤਰੀ ਆਦਿ ਗੁਰੂ ਮਣੀਆਂ ਦਿੰਦੇ, ਜਿਨ੍ਹਾਂ ਦਾ ਕਦੇ ਘਾਟਾ ਨਹੀਂ ਆਉਂਦਾ। ਮੇਰੇ
ਪ੍ਰਭ ਭਾਵਨ ਸੇ ਉਜਾਲੇ। ਜਿਹੜੇ ਮੇਰੇ ਪਰਮੇਸ਼ਰ ਨੂੰ ਭਾ ਜਾਂਦੇ ਨੇ ਉਹ ਪੁਰਖ ਨਿਰਮਲ ਮੈਲ ਤੋਂ ਰਹਿਤ ਪਵਿੱਤਰ ਉਜਲ ਜੀਵਨ ਵਾਲੇ ਹਨ। ਸਭ ਮੈਲ ਭਰੀਜੈ। ਹੋਰ ਸਾਰੀ ਸ੍ਰਿਸ਼ਟੀ ਹੰਗਤਾ ਵਿਕਾਰਾਂ ਦੀ ਮਲੀਨਤਾ ਨਾਲ ਭਰੀ ਹੋਈ ਹੈ। ਮੈਲਾ ਉਜਲ ਤਾਂ ਥੀਐ। ਇਹ ਵਿਕਾਰਾਂ ਦੀ ਮੈਲ ਨਾਲ ਮੈਲਾ ਹੋਇਆ ਚਿੱਤ ਉਜਲਾ ਤਾਂ ਹੋ ਸਕਦਾ ਹੈ ਪਾਰਸ ਸੰਗ ਭੀਜੈ। ਜੇਕਰ ਗੁਰੂ ਰੂਪ ਪਾਰਸ ਨਾਲ ਮਨ ਭਿੱਜ ਜਾਏ, ਮਨ ਮਿਲ ਜਾਵੇ। ਗੁਰੂ ਦੀ ਹਜ਼ੂਰੀ ਵਿੱਚ ਵੀ ਆਉਣ ਤੋਂ ਪਹਿਲਾਂ ਇਹ ਹਦਾਇਤ ਹੈ ਕਿ ਜੇ ਸਪਤਾਹਕ ਪਾਠ ਰੱਖਿਆ ਹੋਵੇ 7 ਦਿਨਾਂ ਵਾਲਾ ਪੂਰਾ ਮਰਜ਼ਾਦਾ ਵਾਲਾ ਜਿਹੜਾ ਇਕੱਲਾ ਬੰਦਾ ਕਰਦਾ 204 ਅੰਗ ਕਰਕੇ ਉੱਠੀਦਾ। ਜੇ ਕਿਤੇ ਢਿੱਲ ਮੱਠ ਹੋ ਜਾਏ ਸਰੀਰ ਦੀ ਅਪਵਿੱਤਰਤਾ ਹੋ ਜਾਏ ਤਾਂ ਸਮੇਤ ਖੇਸੀ ਨਹਾ ਕੇ ਸੁੱਚੇ ਬਸਤਰ ਪਾ ਕੇ 25 ਜਪਜੀ ਸਾਹਿਬ ਦੇ ਪਾਠ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਣ ਦੀ ਆਗਿਆ। ਨਾਲੇ ਤਾਂ 25 ਪਾਠ ਕਰੋ ਪਤਾ ਲੱਗੇ, ਅਤੇ ਨਾਲੇ 204 ਅੰਗ ਕਰੋ ਚੌਂਕੜਾ ਮਾਰ ਕੇ ਪਤਾ ਲੱਗੇ ਕਿ ਢਿੱਲ ਮੱਠ ਕਿਵੇਂ ਕਰੀਦੀ ਹੈ। ਤੋ ਇਸ ਤਰ੍ਹਾਂ ਆਮ ਨਾਰਮਲ ਜ਼ਿੰਦਗੀ ਵਿੱਚ ਵੀ ਗੁਰੂ ਘਰ ਆਉਣ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨ ਦੀ ਆਗਿਆ ਜੇ ਸਰੀਰ ਢਿੱਲਾ ਮੱਠਾ ਹੋ ਗਿਆ। ਸੋ ਸੁਪਨੇ ਦੇ ਵਿੱਚ ਵੀ ਤੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਸਰੀਰ ਹੈ ਇਹ ਮੈਲ ਦੇ ਨਾਲ ਭਰਿਆ ਹੋਇਆ ਹੈ, ਇਹ ਬਿਨਾਂ ਪਾਠ ਕਰਨ ਤੋਂ ਉਜਲ ਨਹੀਂ ਹੁੰਦਾ ਹੈ। ਪਾਰਸ ਸੰਗ ਭੀਜੈ, ਗੁਰੂ ਰੂਪੀ ਪਾਰਸ ਨਾਲ ਇਹ ਜੇ ਮਿਲੇਗਾ। ਗੁਰੂ ਕੀ ਹੈ? ਬਾਣੀ। ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਨੂੰ ਪਾਰਸ ਨਾਲ ਮਨ ਭਿੱਜ ਜਾਏਗਾ ਤਾਂ ਇਹ ਉਜਲ ਪਵਿੱਤਰ ਹੋ ਸਕਦਾ ਹੈ। ਵੰਨੇ ਸਾਚੇ ਲਾਲ ਕੀ। ਜਿਨ੍ਹਾਂ ਨੂੰ ਸੱਚੇ ਪਿਆਰੇ ਦੀ ਪ੍ਰਾਪਤੀ ਵਾਲੀ ਤੁਰੀਆ ਪਾਦੀ ਰੰਗਤ ਚੜ੍ਹੀ ਹੈ ਜਾਂ 12 ਮਨੀ ਦੇ ਸੋਨੇ ਤਰ੍ਹਾਂ ਆਪਣੇ 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ ਅਤੇ ਬੁੱਧ ਇਹਨਾਂ ਨੂੰ ਸ਼ੁੱਧ ਕਰ ਲਿਆ ਹੈ। ਕਿਨ ਕੀਮਤ ਕੀਜੈ। ਉਸ ਦੇ ਗੁਣਾਂ ਦੀ ਕੀਮਤ ਕਿਸ ਨੇ ਪਾਉਣਾ ਕੀਤੀ, ਪਰ ਕਿਸੇ ਵੀ ਨੇ ਨਹੀਂ ਪਾਈ। ਭੇਖੇ ਹਾਥ ਨ ਲੱਭਈ। ਭੇਖ ਧਾਰਨ ਕਰਕੇ ਆਪਣੇ ਆਪ ਅੰਤःਕਰਨ ਰੂਪੀ ਹੱਥ ਵਿੱਚੋਂ ਨਾਮ ਦੀ ਦਾਤ ਨਹੀਂ ਲੱਭਦੀ। ਭੇਖਾਂ ਕਰਕੇ ਹਰੀ ਹੱਥ ਵਿੱਚ ਪ੍ਰਾਪਤ ਨਹੀਂ ਹੁੰਦਾ ਹੈ। ਤੀਰਥ ਨਹੀਂ ਦਾਨੇ। ਅਤੇ ਤੀਰਥਾਂ ਦੇ ਦਾਨ ਕਰਕੇ ਵੀ ਪਰਮੇਸ਼ਰ ਨਹੀਂ ਲੱਭਦਾ। ਤੀਰਥਾਂ ਦੇ ਸੰਕਲਪ ਜਾਂ ਸਕਾਮੀ ਹੋ ਕੇ ਦਾਨ ਕਰਨ ਨਾਲ ਵੀ ਪਰਮੇਸ਼ਰ ਨਹੀਂ ਲੱਭਦਾ। ਪੁੱਛਾਂ ਵੇਦ ਪੜ੍ਹੰਤਿਆ। ਭਾਵੇਂ ਵੇਦ ਪੜ੍ਹਨ ਵਾਲਿਆਂ ਨੂੰ ਵੀ ਪੁੱਛ ਕੇ ਵੇਖ ਲਓ। ਮੁੱਠੀ ਵਿਣ ਮਾਨੇ। ਗੁਰਾਂ ਦਾ ਉਪਦੇਸ਼ ਮੰਨਣ ਤੋਂ ਬਿਨਾਂ ਸਾਰੀ ਦੁਨੀਆ ਵਿਕਾਰਾਂ ਨੇ ਲੁੱਟ ਲਈ ਜਾਂ ਮਾਣ ਹੰਕਾਰ ਆਦਿਕਾਂ ਨੇ ਖਰਾਬ ਕਰ ਦਿੱਤੀ ਹੈ। ਨਾਨਕ ਕੀਮਤ ਸੋ ਕਰੇ। ਸਤਿਗੁਰੂ ਜੀ ਕਥਨ ਕਰਦੇ ਕਿ ਉਹ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਉਣਾ ਕਰਦਾ ਹੈ। ਪੂਰਾ ਗੁਰ ਗਿਆਨੀ। ਜਿਸ ਨੂੰ ਪੂਰਾ ਗੁਰੂ ਗਿਆਨ ਬਖਸ਼ਦਾ, ਜਿਸ ਨੂੰ ਪੂਰਨ ਗੁਰਾਂ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ। ਭੁੱਲਾਂ ਚੁੱਕਾ ਖਿਮਾ ਗੁਰੂ ਜੀ, ਅੱਗੇ ਤੋਂ ਸਮਤ ਬਖਸ਼ੋ। ਪੁੱਛਾਂ ਵੇਦ ਪੜ੍ਹੰਤਿਆ। ਮੁੱਠੀ ਵਿਣ ਮਾਨੇ। ਨਾਨਕ ਕੀਮਤ ਸੋ ਕਰੇ। ਪੂਰਾ ਗੁਰ ਗਿਆਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਨੀਂਜਾ। ਆਨੰਦ ਕੋ ਅੰਗਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਬਰਵਾਰ ਬਰੀਆਂ ਸ਼ਬਦ ਗਾਉਣ ਆਈਆਂ। ਸ਼ਬਦ ਉਦ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਵੇ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰ ਨਾ ਆਏਂਗੀ। ਕਾਰੂ ਕਰੇ ਤੇਰਾ ਕਾਰ।